ਸਾਰਿਆਂ ਦੀ ਮਿਲੀ ਭੁਗਤ ਭਾਜਪਾ ਦੀ, ਬਾਦਲ ਦੀ, ਕਾਂਗਰਸ ਦੀ, ਸਾਰਿਆਂ ਦੀ ਮਿਲੀ ਭੁਗਤ ਦੇ ਨਾਲ ਜਿਹੜਾ ਉਹ ਹਾਈ ਕੋਰਟ ਦੇ ਵਿੱਚ ਉਸ ਜਾਂਚ ਨੂੰ ਮੁੱਢੋਂ ਹੀ ਰੱਦ ਕਰ ਦਿੱਤਾ ਗਿਆ। ਗੋਲੀ ਚਲਾ ਕੇ ਸਾਡੇ ਸਿੰਘ ਸ਼ਹੀਦ ਕਰਤੇ। ਸਾਨੂੰ ਇਨਸਾਫ ਹੁੰਦਾ ਹੈ ਜਾਂ ਤਾਂ ਲੋਕਾਂ ਦੀ ਕਚਹਿਰੀ ਇਨਸਾਫ ਕਰਦੀ ਹੈ ਜਾਂ ਅਦਾਲਤਾਂ ਦੇ ਨਿਆਂ ਜਿਹੜਾ ਪਾਲਕਾ ਉੱਥੋਂ ਸਾਨੂੰ ਆਸ ਹੁੰਦੀ ਹੈ। ਉਹਦੇ ਵਿੱਚ ਸਰਸਾ ਸਾਹਿਬ ਦੋਸ਼ੀ ਆ, ਉਹਦੇ ਵਿੱਚ ਬਾਦਲ ਸਰਕਾਰ ਦੋਸ਼ੀ ਆ, ਇਹ ਸਾਰੇ ਦੋਸ਼ੀ ਸੀ। ਇਹਦੇ ਵਿੱਚ ਕੈਪਟਨ ਦੀ, ਬਾਦਲ ਦੀ ਰਲੀ ਮਿਲੀ ਭੁਗਤ ਹੈ। ਅਸੀਂ ਜਦੋਜਹਿਦ ਆ ਜਿਹੜੀ ਉਹ ਕਰਦੇ ਰਵਾਂਗੇ, ਨਾ ਪਹਿਲਾਂ ਪਿੱਛੇ ਹਟੇ ਸੀ ਨਾ ਅਸੀਂ ਹੁਣ ਹਟਾਂਗੇ। ਤੇ ਜਿਹੜਾ ਕੈਪਟਨ ਸੀ ਉਸ ਵੇਲੇ ਨੇ ਸਰਕਾਰ ਬਣਾਈ ਵੀ ਮੈਂ ਗौ ਗੁਟਕਾ ਸਾਹਿਬ ਦੀ ਸਹੁੰ ਚੁੱਕੀ, ਮੈਂ ਬੇਅਦਬੀ ਦੇ ਜਿਹੜੇ ਦੋਸ਼ੀ ਨੇ ਉਹਨੂੰ ਛੇਤੀ ਸਲਾਖਾਂ ਦੇ ਵਿੱਚ ਫੜ ਕੇ ਅੰਦਰ ਕਰ ਦੂੰਗਾ। ਵੀ ਜਾਂ ਤਾਂ ਅਦਾਲਤਾਂ ਨੂੰ ਜੁੰਦੇ ਲਾ ਕੇ ਬੰਦ ਕਰ ਦਿਓ, ਹਾਈ ਕੋਰਟ ਦੇ ਸਾਹਮਣੇ ਲਿਖ ਦਿਓ, ਸੁਪਰੀਮ ਕੋਰਟ ਦੇ ਸਾਹਮਣੇ ਲਿਖ ਦਿਓ ਵੀ ਸਿੱਖਾਂ ਨੂੰ ਇਨਸਾਫ ਆ ਜਿਹੜਾ ਉਹ ਨਹੀਂ ਮਿਲਣਾ। ਤੇ ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਬਾਦਲ ਸਰਕਾਰ ਦਾ, ਬਾਦਲ ਦਾ ਪੱਖ ਪੂਰਦੀਆਂ ਨੇ, ਚਾਹੇ ਕੋਈ ਬੁੱਢਾ ਦਲ ਹੋਵੇ ਚਾਹੇ ਉਹ ਤਰਨੇਦਾਰ ਹੋਣ, ਉਹ ਸਾਰੇ ਬਰਾਬਰ ਦੇ ਦੋਸ਼ੀ ਨੇ। ਜੇ ਉਹਨਾਂ ਦਾ ਉਹ ਖਹਿੜਾ ਨਹੀਂ ਛੱਡਦੇ ਤਾਂ ਅਸੀਂ ਵੀ ਉਹਨਾਂ ਨੂੰ ਬਰਾਬਰ ਦਾ ਦੋਸ਼ੀ ਮੰਨਦੇ ਹਾਂ ਨਿਹੰਗ ਸਿੰਘ ਜਥੇਬੰਦੀਆਂ ਨੂੰ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡਾ ਨਹੀਂ ਤੁਹਾਡਾ ਵੀ ਆ। ਜਾਂ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥੇ ਟੇਕਣੇ ਛੱਡ ਦਿਓ ਜਾਂ ਇਹ ਲੋਕਾਂ ਨੂੰ ਛੱਡ ਦਿਓ, ਇੱਕ ਕੰਮ ਕਰ ਲਓ। ਅੱਜ ਦਾ ਕਾਨਫਰੰਸ ਕਰਨ ਦਾ ਵਿਸ਼ਾ ਤੁਹਾਨੂੰ ਪਤਾ, ਪਿਛਲੇ ਦਿਨੀ ਹਾਈ ਕੋਰਟ ਨੇ ਜਿਹੜਾ ਸਿੱਖਾਂ ਦੇ ਨਾਲ ਬੇਇਨਸਾਫੀ ਕੀਤੀ ਹੈ। ਜਦੋਂ ਕੋਟਕਪੂਰਾ ਗੋਲੀकांड 14 ਅਕਤੂਬਰ ਨੂੰ ਹੋਇਆ 2015 ਦੇ ਵਿੱਚ, ਉਹਦੇ ਵਿੱਚ ਬੜੇ ਕਮਿਸ਼ਨ ਬਣੇ ਪਰ ਉਹ ਫੇਲ ਹੋਏ। ਉਸ ਤੋਂ ਬਾਅਦ ਸਾਨੂੰ ਆਸ ਜਾਗੀ, ਜਸਟ ਰਣਜੀਤ ਸਿੰਘ ਉਹਨੇ ਰਿਪੋਰਟ ਪੇਸ਼ ਕੀਤੀ, ਵਿਧਾਨ ਸਭਾ ਦੇ ਵਿੱਚ ਪੜ੍ਹੀ ਗਈ, ਉਹ ਸਾਰੀ ਤੁਸੀਂ ਵੇਖੀ ਹੈ। ਤੇ ਉਸ ਤੋਂ ਬਾਅਦ ਕੰਵਰ ਵਿਜੇ ਪ੍ਰਤਾਪ ਜੋ ਬੜਾ ਇਮਾਨਦਾਰ ਜਿਹੜਾ ਅਫਸਰ ਹੈ, ਉਹਨੇ ਸਾਰੀ ਜਾਂਚ ਕੀਤੀ ਵੀ ਕਿਹਦਾ ਇਹਦੇ ਵਿੱਚ ਹੱਥ ਹੈ। ਉਮਰਨ ਨੰਗਲ ਨੂੰ ਉਹਨੇ ਸਾਹਮਣੇ ਲਿਆਂਦਾ, SP ਸ਼ਰਮੇ ਨੂੰ, ਬਾਂਸਲ ਨੂੰ, ਤੇ ਬਾਈਬਲ ਕਲਾਂ ਗੋਲੀकांड ਦੇ ਵਿੱਚ 2 ਨੌਜਵਾਨ ਸ਼ਹੀਦ ਹੋਏ ਸੀ। ਸਾਰਾ ਉਹਨੇ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਲੋਕਾਂ ਦੇ ਸਾਹਮਣੇ ਕੀਤਾ। ਤੇ ਸਮੇਤ ਸੈਣੀ, ਮਨਤਾਰ ਬਰਾੜ, ਇਹ ਲੋਕਾਂ ਦੇ ਸਾਹਮਣੇ ਆਏ। ਕੁਝ ਦੋਸ਼ੀ ਸੀ ਜਿਹੜੇ ਉਸ ਟਾਈਮ ਫੜੇ ਗਏ ਤੇ ਉਸ ਤੋਂ ਬਾਅਦ 9 ਚਲਾਨ ਸੀ ਜਿਹੜੇ ਪੇਸ਼ ਕੀਤੇ ਗਏ ਕੰਵਰ ਵਿਜੇ ਪ੍ਰਤਾਪ ਵੱਲੋਂ, ਤੇ 10ਵਾਂ ਜਿਹੜਾ ਚਲਾਨ ਸੀ ਉਹ ਹੁਣ ਪੇਸ਼ ਕਰਨਾ ਸੀ। ਤੇ ਬਾਦਲ ਲਾਣਾ ਉਸ ਤੋਂ ਲੈ ਕੇ ਬਖਲਾੜ ਦੇ ਵਿੱਚ ਆਇਆ ਸੀ। ਪਹਿਲਾਂ ਇਹਨਾਂ ਨੇ ਜਸਟ ਰਣਜੀਤ ਸਿੰਘ ਦੀ ਰਿਪੋਰਟ ਪਾੜ ਦਿੱਤੀ, ਉਸ ਤੋਂ ਬਾਅਦ ਇਹਨਾਂ ਨੇ ਕੰਵਰ ਵਿਜੇ ਪ੍ਰਤਾਪ ਨੂੰ ਬਦਲਾਉਣ ਦੀ ਕੋਸ਼ਿਸ਼ ਕੀਤੀ। ਫਿਰ ਇਹਨਾਂ ਨੇ ਆਪਣਾ ਜੱਜ ਫਰੀਦਕੋਟ ਲਿਆ ਕੇ ਉਹ ਵੀ ਲਾਉਣ ਦੀ ਕੋਸ਼ਿਸ਼ ਕੀਤੀ। ਜਥੇਬੰਦੀਆਂ ਦੇ ਅੱਗੇ ਇਹ ਫੇਲ ਹੁੰਦੇ ਰਹੇ, ਕਿਉਂਕਿ ਜਥੇਬੰਦੀਆਂ ਜਿਹੜੇ ਸਾਰੇ ਸਿੰਘ ਬੈਠੇ ਆ, ਜਥੇਦਾਰ ਬਾਬਾ ਰਾਜਾ ਰਾਜ ਸਿੰਘ ਜੀ, ਜਥੇਦਾਰ ਬਾਬਾ ਕੁਲਵਿੰਦਰ ਸਿੰਘ ਜੀ, ਜਥੇਦਾਰ ਬਾਬਾ ਗੁਰਸੇਵਕ ਸਿੰਘ ਜੀ, ਜਥੇਦਾਰ ਬਾਬਾ ਨਰੈਣ ਸਿੰਘ ਜੀ, ਜਥੇਦਾਰ ਬਾਬਾ ਧੀਰਾ ਸਿੰਘ ਜੀ, ਜਗਜੀਤ ਸਿੰਘ ਜੀ ਖੋਸਾ, ਇਹ ਸਾਰੇ ਉਹੀ ਸਿੰਘ ਆ ਜਿਨ੍ਹਾਂ ਨੇ ਬੜੀ ਜਦੋਜਹਿਦ ਕੀਤੀ। ਕਿਉਂਕਿ ਮਸਲਾ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਪੂਰੀ ਮਨੁੱਖਤਾ ਦੇ ਗੁਰੂ ਹੈ, ਉਹਦਾ ਨਰਾਦਰ ਹੋਇਆ ਸੀ। ਤੇ ਸਿੱਖ ਹੈ ਉਹ ਜਰ ਨਹੀਂ ਸਕਦਾ, ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਈ। ਉਸ ਤੋਂ ਬਾਅਦ ਗੋਲੀ ਚਲਾ ਕੇ ਸਾਡੇ ਸਿੰਘ ਸ਼ਹੀਦ ਕਰਤੇ। ਸਾਨੂੰ ਇਨਸਾਫ ਹੁੰਦਾ ਹੈ ਜਾਂ ਤਾਂ ਲੋਕਾਂ ਦੀ ਕਚਹਿਰੀ ਇਨਸਾਫ ਕਰਦੀ ਹੈ ਜਾਂ ਅਦਾਲਤਾਂ ਦੇ ਨਿਆਂ ਜਿਹੜਾ ਪਾਲਕਾ ਉੱਥੋਂ ਸਾਨੂੰ ਆਸ ਹੁੰਦੀ ਹੈ, ਤੇ ਜਾਂ ਹੁੰਦਾ ਕੁਦਰਤ ਨੇ ਤੇ ਇਹ ਬਖਸ਼ਣ ਨਹੀਂ, ਅਕਾਲ ਪੁਰਖ ਨੇ ਦੋਸ਼ੀ ਨਹੀਂ ਬਖਸ਼ਣੇ। ਤੇ ਪਹਿਲਾਂ ਵੀ ਸੁਖਬੀਰ ਬਾਦਲ ਨੂੰ ਜਿਹੜਾ ਲੋਕਾਂ ਦੇ ਸਾਹਮਣੇ ਕੀਤਾ, ਸਰਸਿਲੇ ਨੂੰ ਮਾਫ ਕੀਤਾ, ਤੇ ਉਹ ਸਾਹਮਣੇ ਆ। ਸਾਨੂੰ ਹੁਣ ਆਸ ਜਾਗੀ ਸੀ ਕੰਵਰ ਵਿਜੇ ਪ੍ਰਤਾਪ ਤੋਂ, ਜਿਹੜੀ ਉਹਨੇ ਜਾਂਚ ਮੁਕੰਮਲ ਕਰਕੇ ਦਿੱਤੀ ਸੀ ਹਾਈ ਕੋਰਟ ਦੇ ਵਿੱਚ, ਤੇ ਉੱਥੋਂ ਸਾਡੇ ਨਾਲ ਜਿਹੜੀ ਪਿਛਲੇ ਦਿਨੀ ਧੱਕਾ ਹੋਇਆ, ਬੇਇਨਸਾਫੀ ਹੋਈ ਹੈ, ਉਹ ਰੱਦ ਕੀਤੀ ਗਈ ਹੈ। ਇਹਦੇ ਵਿੱਚ ਕੈਪਟਨ ਦੀ, ਬਾਦਲ ਦੀ ਰਲੀ ਮਿਲੀ ਭੁਗਤ ਹੈ। ਅਸੀਂ ਜਦੋਜਹਿਦ ਆ ਜਿਹੜੀ ਉਹ ਕਰਦੇ ਰਵਾਂਗੇ, ਨਾ ਪਹਿਲਾਂ ਪਿੱਛੇ ਹਟੇ ਸੀ ਨਾ ਅਸੀਂ ਹੁਣ ਹਟਾਂਗੇ। ਕਿਉਂਕਿ ਅਸੀਂ ਗੁਲਾਮ ਹੈ, ਸਾਡੇ ਕੋਲ ਰਾਜ ਭਾਗ ਨਹੀਂ। ਗੁਲਾਮ ਕੌਮਾਂ ਦੇ ਨਾਲ ਇਸੇ ਤਰ੍ਹਾਂ ਹੁੰਦਾ ਆ। 84 ਦਾ ਸਾਨੂੰ ਇਨਸਾਫ ਨਹੀਂ ਮਿਲਿਆ, ਸਾਡੇ ਨੌਜਵਾਨ ਝੂਠੇ ਮੁਕਾਬਲਿਆਂ 'ਚ ਮਾਰਤੇ, ਉਹਨਾਂ ਦਾ ਇਨਸਾਫ ਨਹੀਂ ਮਿਲਿਆ। ਤੇ ਫਿਰ ਸਾਨੂੰ ਵੱਡੇ ਸਾਡੇ ਤੇ ਲੈਵਲ ਲਾਏ ਜਾਂਦੇ ਆ ਵੀ ਇਹ ਆ ਕਰਦੇ ਆ, ਸਾਨੂੰ ਅਦਾਲਤਾਂ ਦੇ ਉੱਤੋਂ ਭਰੋਸਾ ਉੱਠ ਜੂਗਾ। ਅਸੀਂ ਇੱਕ ਗੱਲ ਆਣੇ ਆ ਵੀ ਜਾਂ ਤਾਂ ਅਦਾਲਤਾਂ ਨੂੰ ਜੁੰਦੇ ਲਾ ਕੇ ਬੰਦ ਕਰ ਦਿਓ, ਹਾਈ ਕੋਰਟ ਦੇ ਸਾਹਮਣੇ ਲਿਖ ਦਿਓ, ਸੁਪਰੀਮ ਕੋਰਟ ਦੇ ਸਾਹਮਣੇ ਲਿਖ ਦਿਓ ਵੀ ਸਿੱਖਾਂ ਨੂੰ ਇਨਸਾਫ ਆ ਜਿਹੜਾ ਉਹ ਨਹੀਂ ਮਿਲਣਾ। ਤੇ ਅਸੀਂ ਆਪ ਦਾ ਹੋਰ ਰਾਹ ਜਿਹੜਾ ਉਹ ਅਖਤਿਆਰ ਕਰ ਲਾਂਗੇ। ਹੁਣ ਬਾਬਾ ਰਾਜਾ ਰਾਜ ਸਿੰਘ ਜੀ ਉਹ ਦੱਸਣਗੇ। ਤੇ ਜੋ ਜਥੇਬੰਦੀਆਂ ਪ੍ਰੋਗਰਾਮ ਪਹਿਲਾਂ
20 ਤਰੀਕ ਨੂੰ ਜਥੇਬੰਦੀਆਂ ਨੇ ਮੀਟਿੰਗ ਰੱਖੀ ਹੈ। ਜੋ ਵੀ ਪ੍ਰੋਗਰਾਮ ਲਿਖਣਗੇ ਅਸੀਂ ਪਹਿਲਾਂ ਵੀ ਸਹਿਯੋਗ ਦਿੱਤਾ, ਕਿਉਂਕਿ ਮਸਲਾ ਗੁਰੂ ਦਾ ਹੈ ਤੇ ਗੁਰੂ ਤੋਂ ਕੋਈ ਵੀ ਭੱਜ ਨਹੀਂ ਸਕਦਾ। ਜਦੋਂ ਜਦ ਅਸੀਂ ਕਰਾਂਗੇ। ਬਾਬਾ ਰਾਜਾ ਰਾਜ ਸਿੰਘ ਜੀ ਉਹ ਦੱਸਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਦਾ ਫਰਮਾਨ ਹੈ, ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇ ਤੱਕ ਕਿਸ ਖਾਏ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਜੋ 2015 ਦੇ ਵਿੱਚ ਬੇਅਦਬੀ ਹੋਈ, ਉਸ ਟਾਈਮ ਬਾਦਲ ਸਰਕਾਰ ਸੀਗੀ, ਉਹਨਾਂ ਦੀ ਸਹਿ 'ਤੇ ਹੋਈ ਅਤੇ ਸਰਸੇ ਵਾਲੇ ਜਿਹੜੇ ਸਾਧ ਨੇ ਉਹਨੇ ਕਰਵਾਈ। ਪੂਰੀ ਪਲਾਨ ਤਹਿਤ, ਪੂਰੀ ਸਾਜ਼ਿਸ਼ ਤਹਿਤ ਉਹ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਬੁਰਜ ਜਵਾਹਰ ਸਿੰਘ ਤੋਂ ਚੋਰੀ ਹੋਇਆ, ਫਿਰ ਉਹਨਾਂ ਨੇ ਪੱਤਰੇ ਲਿਖ ਕੇ ਲਾਏ, ਚਿੱਠੀਆਂ ਲਿਖ ਕੇ ਕੰਧਾਂ ਦੇ ਉੱਤੇ ਲਾਈਆਂ ਗਈਆਂ ਵੀ ਜੇ ਸਿੱਖੋ ਤੁਹਾਡੇ ਵਿੱਚ ਦਮ ਹੈ, ਤੁਹਾਡਾ ਗੁਰੂ ਸਾਡੇ ਕੋਲ ਆ, ਤੁਸੀਂ ਲੱਭ ਲਓ। ਫਿਰ ਜਦੋਂ ਯਾਦ ਚੱਲੀ, ਸਰਕਾਰ ਦੀਆਂ ਰਲੀਆਂ ਮਿਲੀਆਂ ਸਾਜ਼ਿਸ਼ਾਂ ਅਧੀਨ ਕੋਈ ਦੋਸ਼ੀ ਨਹੀਂ ਉਸ ਟਾਈਮ ਫੜਿਆ ਗਿਆ। ਉਹਨਾਂ ਨੇ ਡਾਂਕੇ ਦੀ ਚੋੜ 'ਤੇ ਕੰਧਾਂ ਦੇ ਉੱਤੇ ਲਿਖ ਕੇ ਲਾਇਆ ਸਰਸੇ ਵਾਲਿਆਂ ਨੇ, ਅਤੇ ਫਿਰ ਉਹਨਾਂ ਨੇ ਪੂਰੇ ਕਹਿ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਜੋ ਬੇਅਦਬੀ ਉਹ ਪਾੜ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ ਕਤਲ ਕਰਕੇ ਉਹ ਗਲੀਆਂ ਦੇ ਵਿੱਚ ਖਿਲਾਰੇ ਗਏ। ਤੁਹਾਨੂੰ ਸਾਰਾ ਵਰਤਾਰਾ ਪਤਾ, ਅਤੇ ਪੂਰੇ ਚੈਲੰਜ ਦੇ ਨਾਲ ਉਹਨਾਂ ਨੇ ਇਹ ਕੰਮ ਕੀਤਾ। ਫਿਰ ਧਰਨੇ ਲੱਗੇ, ਸਿੱਖ ਪੰਥ ਦੇ ਵਿੱਚ ਰੋਹ ਜਾਗਿਆ, ਅਤੇ ਜਿਹੜਾ ਬਾਦਲ ਲਾਣਾ ਸੀ ਉਹਨਾਂ ਨੇ ਬਿਨ ਮੰਗੇ ਜਿਹੜੀ ਮਾਫੀ ਸੀ ਉਹ ਸੌਦਾ ਸਾਧ ਨੂੰ ਦਿੱਤੀ। ਇਹ ਸਾਰਾ ਬਾਦਲ ਸਰਕਾਰ ਜੋ ਹੈ ਇਹਦੇ ਵਿੱਚ ਦੋਸ਼ੀ ਆ, ਅਤੇ ਬਿਨ ਮੰਗਿਆ ਉਹ ਦੱਸਣ ਸਾਨੂੰ ਵੀ ਉਹਨੇ ਮੰਗੀ ਸੀ ਮਾਫੀ, ਸਾਧ ਨੇ। ਬਾਦਲ ਸਰਕਾਰ ਦੱਸੇ। ਜਿਹੜਾ ਅਕਾਲ ਤਖਤ ਦਾ ਜੋ ਸਾਬਕਾ ਜਥੇਦਾਰ ਆ ਹੁਣ ਗਿਆਨੀ ਗੁਰਬਚਨ ਸਿੰਘ, ਉਹ ਦੱਸੇ ਬਿਨਾਂ ਮੰਗੇ ਤੇ ਉਹਨੂੰ ਮਾਫੀ ਕਿਉਂ ਦਿੱਤੀ ਗਈ। ਅਤੇ ਜਦੋਂ ਸਾਰਾ ਕਾਂਡ ਵਾਪਰਿਆ, ਸਾਰਾ ਰੋਹ ਲੋਕਾਂ ਦੇ ਵਿੱਚ ਜਾਗਿਆ, ਅਤੇ ਉੱਥੇ ਇਨਸਾਫ ਮੰਗਣ ਵਾਸਤੇ ਕੋਟਕਪੂਰੇ ਸੰਗਤਾਂ ਨੇ ਧਰਨਾ ਲਾਇਆ, ਅਤੇ ਬਾਈਬਲ ਕਲਾਂ ਦੇ ਵਿੱਚ ਵੀ ਧਰਨਾ ਲੱਗਿਆ। ਉਸ ਦਿਨ ਫਿਰ 13 ਅਕਤੂਬਰ ਨੂੰ ਜਿਹੜਾ ਗੋਲੂਕਾਂਡ ਵਾਪਰਿਆ, ਉਹਦੇ ਵਿੱਚ 2 ਸਿੰਘ ਸ਼ਹੀਦ ਕੀਤੇ ਗਏ। ਸਾਨੂੰ ਇਹ ਦੱਸੋ, ਉਸ ਟਾਈਮ ਇਹਨਾਂ ਨੇ ਲਿਖਿਆ ਵੀ ਬਾਦਲ ਸਰਕਾਰ ਸੀ ਉਸ ਟਾਈਮ, ਵੀ ਜਿਹੜੀ ਪੁਲਿਸ ਆ ਉਹ ਅਣਪਛਾਤੀ ਆ, ਪੁਲਿਸ ਅਣਪਛਾਤੀ ਹੋ ਸਕਦੀ ਹੈ? ਪਹਿਲਾਂ ਤਾਂ ਇਹ ਦੱਸੋ, ਪੁਲਿਸ ਅਣਪਛਾਤੀ ਹੋ ਸਕਦੀ ਹੈ? ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬੇਅਦਬੀ ਦਾ ਇਨਸਾਫ ਲੈਣ ਵਾਸਤੇ ਜਿਹੜੇ ਵੀਰ ਸੀ ਉਹਨਾਂ 'ਤੇ ਗੋਲੀ ਚਲਾਈ, 2 ਸਿੰਘਾਂ ਨੂੰ ਸ਼ਹੀਦ ਕੀਤਾ ਗਿਆ, ਅਨੇਕਾਂ ਫੱਟੜ ਹੋਏ, ਅਤੇ ਫਿਰ ਲਾਠੀ ਚਾਰਜ ਵੀ ਕੀਤਾ ਗਿਆ। ਕੋਟਕਪੂਰਾ ਚੌਂਕ ਦੇ ਵਿੱਚ ਬਹੁਤ ਸਾਰੇ ਸਿੰਘਾਂ ਨੂੰ ਸੱਟਾਂ ਵੀ ਲੱਗੀਆਂ, ਅਤੇ ਪਰਚੇ ਵੀ ਦਰਜ ਕੀਤੇ। ਸਰਕਾਰ ਨੇ ਪੂਰਾ ਧੱਕਾ ਕੀਤਾ ਅਤੇ ਇਨਸਾਫ ਮੰਗਦੇ ਸਿੰਘਾਂ ਉੱਤੇ ਗੋਲੀ ਕਾਂਡ ਕੀਤਾ। ਉਹ ਹੁਣ ਇਹ ਦੱਸੇ ਸਰਕਾਰ, ਨਾਲੇ ਸਭ ਨੂੰ ਪਤਾ ਵੀ ਉਹ ਗੋਲੀ ਬਿਨਾਂ ਪੁੱਛੇ ਅਤੇ ਡੰਡਾ ਨਹੀਂ ਮਾਰ ਸਕਦੇ ਜੇ ਸਰਕਾਰ ਦਾ ਆਰਡਰ ਹੋਊਗਾ। ਸੁਮੇਧ ਸੈਣੀ ਨੇ ਬਿਆਨ ਵੀ ਦੇ ਤੇ ਵੀ ਬਾਦਲ ਨੇ ਸਾਨੂੰ ਆਰਡਰ ਦਿੱਤਾ ਸੀਗਾ। ਜੋ ਵੀ ਫਿਰ ਸਿੱਟ ਬਣੀ, ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਜਿਹੜਾ ਕੰਮ ਕੀਤਾ ਉਸ ਦੇ ਉੱਤੇ ਸਾਰਾ ਚੜ੍ਹਦੀ ਕਲਾ ਦੇ ਵਿੱਚ ਆ। ਜਦੋਂ ਪੂਰਾ ਅਖੀਰ ਦੇ ਉੱਤੇ ਸਾਰੇ ਦੋਸ਼ੀ ਮੰਨ ਲਏ ਗਏ ਸਰਕਾਰ ਵੱਲੋਂ, ਸਿੱਟ ਵੱਲੋਂ, ਬਾਦਲ ਜਿਹੜਾ ਸੁਖਬੀਰ ਬਾਦਲ ਉਹਨੂੰ ਵੀ ਦੋਸ਼ੀ, ਵੱਡਾ ਜਿਹੜਾ ਪ੍ਰਕਾਸ਼ ਸਿੰਘ ਬਾਦਲ ਆ ਉਹ ਵੀ ਦੋਸ਼ੀ, ਸੁਮੇਧ ਸੈਣੀ ਵੀ ਦੋਸ਼ੀ, ਅਤੇ ਜਿਹੜੇ ਹੋਰ ਨੇ ਉਮਰਾ ਨੰਗਲ ਵਰਗੇ ਸਾਰੇ ਦੋਸ਼ੀ। ਜਿਹੜੀ ਪੁਲਿਸ ਅਣਪਛਾਤੀ ਸੀ ਉਹ ਪਛਾਣੀ ਗਈ ਬਰਗਵਾੜੀ ਮੋਰਚਾ ਲੱਗਣ ਕਰਕੇ, ਉਹ ਸਾਰੇ ਉਹ ਆ ਗਏ ਬਾਹਰੇ। ਅਤੇ ਉਹ ਫਿਰ ਜੋ ਵੀ ਤੁਹਾਡੇ ਸਾਹਮਣੇ ਵਰਤਾਰਾ ਹੋਇਆ, ਸਾਰਾ ਕੁਛ ਹੋਇਆ। ਉਹਦੇ ਵਿੱਚ ਜਦੋਂ ਸਿੱਖਾਂ ਨੂੰ ਪੂਰੀ ਆਸ ਵੱਝ ਗਈ ਵੀ ਹੁਣ ਇਹ ਇਨਸਾਫ ਮਿਲੂਗਾ, ਜਿਹੜੇ ਦੋਸ਼ੀ ਨੇ ਉਹ ਜੇਲ੍ਹਾਂ ਦੇ ਵਿੱਚ ਜਾਣਗੇ, ਪਰ ਲਾਸਟ ਦੇ ਉੱਤੇ ਆ ਕੇ ਸਾਰਿਆਂ ਦੀ ਮਿਲੀ ਭੁਗਤ, ਭਾਜਪਾ ਦੀ, ਬਾਦਲ ਦੀ, ਕਾਂਗਰਸ ਦੀ, ਸਾਰਿਆਂ ਦੀ ਮਿਲੀ ਭੁਗਤ ਦੇ ਨਾਲ ਜਿਹੜਾ ਉਹ ਹਾਈ ਕੋਰਟ ਦੇ ਵਿੱਚ ਉਸ ਜਾਂਚ ਨੂੰ ਮੁੱਢੋਂ ਹੀ ਰੱਦ ਕਰ ਦਿੱਤਾ ਗਿਆ, ਅਤੇ ਦੁਬਾਰੇ ਨਵੀਂ ਸਿੱਟ ਬਣਾਉਣ ਦਾ ਐਲਾਨ ਕੀਤਾ ਗਿਆ ਵੀ ਇੱਕ ਨਵੀਂ ਸਿੱਟ ਬਣਾਈ ਜਾਵੇ, ਜਿਹਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਆ ਜਿਹੜਾ ਉਹਨੂੰ ਵੱਖ ਕੀਤਾ ਜਾਵੇ। ਇਹ ਜਿਹੜੀ ਸਰਕਾਰ ਹੈ, ਅਸੀਂ ਇਹਨਾਂ ਤੋਂ ਸਰਕਾਰਾਂ ਤੋਂ ਆਸਾਂ ਨਹੀਂ ਰੱਖਦੇ। ਜਿਹੜੀਆਂ ਅਦਾਲਤਾਂ ਨੇ ਭਾਰਤ ਦੀਆਂ, ਇਹ RSS ਦੇ ਸਾਰੇ ਬੰਦੇ ਲੱਗੇ ਹੋਏ ਨੇ, ਸਾਰੀ ਬ੍ਰਾਹਮਣਵਾਦ ਵੜਿਆ ਹੋਇਆ। ਸਿੱਖਾਂ ਨੂੰ ਕੋਈ ਇਨਸਾਫ ਦੀ ਇੱਥੋਂ ਆਸ ਨਹੀਂ ਰੱਖਣੀ ਚਾਹੀਦੀ। ਸਾਨੂੰ ਹੁਣ ਇਨਸਾਫ ਦੀ ਆਸ ਬੱਝੀ ਸੀ, ਪਰ ਉਹਨਾਂ 'ਤੇ ਵੀ ਇਹਨਾਂ ਨੇ ਪਾਣੀ ਫੇਰਤਾ। ਇਹ ਨਹੀਂ ਸੀ ਹੋਣਾ ਚਾਹੀਦਾ। ਅਸੀਂ ਪੁੱਛਣਾ ਚਾਹੁੰਦੇ ਹੁਣ ਸੰਗਤ ਨੂੰ, ਹੁਣ ਸੰਗਤ ਜਿਹੜੇ ਪੂਰੀ ਆਸਬੰਦ ਸੀ ਵੀ ਹੁਣ ਦੋਸ਼ੀ ਨੇ ਜਿਹੜੇ ਉਹ ਜੇਲ੍ਹਾਂ ਦੇ ਵਿੱਚ ਜਾਣਗੇ, ਉਹਨਾਂ ਨੂੰ ਸਜ਼ਾਵਾਂ ਹੋਣਗੀਆਂ। ਸਾਰਿਆਂ ਦੇ ਜਿਹੜੇ ਹੈ ਸੀ ਮਨ ਦੇ ਵਿੱਚ ਫਿਰ ਦੁਬਾਰਾ ਚੰਗਾਰੀ ਜਾਗੀ, ਫਿਰ ਦੁਬਾਰੇ ਮਨ ਦੇ ਵਿੱਚ ਰੋਸ ਹੋਇਆ। ਸਾਰੀਆਂ ਪੰਥਕ ਜਥੇਬੰਦੀਆਂ ਦੇ ਮਨਾਂ ਦੇ ਵਿੱਚ ਰੋਸ ਹੋਇਆ। ਦੁਬਾਰਾ ਫਿਰ ਉਸ ਬੇਅਦਬੀ ਦਾ ਜਿਹੜਾ ਮੁੱਦਾ ਸੀ ਉਹ ਦੁਬਾਰਾ ਫਿਰ ਪੰਜਾਬ ਦੇ ਵਿੱਚ ਰੋਹ ਭੜਕ ਗਿਆ। ਸਾਰਿਆਂ ਦੇ ਵਿੱਚ ਹੋਣਾ ਵੀ ਚਾਹੀਦਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਮਸਲਾ, ਇਹ ਬੇਅਦਬੀ ਦਾ ਮਸਲਾ, ਗੁਰੂ ਸਾਹਿਬ ਦੇ ਅੰਗ ਖਿਲਾਰੇ ਗਏ, ਕਹਿ ਕੇ ਉਹਨਾਂ ਨੇ ਖਿਲਾਰੇ।
फिर दोषी दसो हुण कौन आ? उहदे विच सरसा साहब दोषी आ, उहदे विच बादल सरकार दोषी आ, ये सारे दोषी से। ते जिहड़ा कैप्टन सी उस वेले ने सरकार बनाई भी मैं गौ गुटका साहब ਦੀ ਸਹੁੰ चुकी, मैं बेअदबी ਜਿਹੜੇ दोषी ने उन्होंने छेती सलाखां ਦੇ ਵਿੱਚ ਫੜ ਕੇ अंदर कर दूंगा। ना तो बादल ਨੂੰ ਫੜ ਕੇ ਇਹਨੇ अंदर ਕੀਤਾ, ਜਿਉਂ लंबा लटकाई गए ਸਾਰਿਆਂ ਦੀ मिली भुगत ਦੇ ਨਾਲ। जे ਇਹਨਾਂ ਨੂੰ ਉਸੇ टाइम जे कोई होर बंदा कोई कांड कर दिंदा, माड़ा मोटा किसी की चोरी कर लैंदा ਜਾਂ ਕਿਸੇ ਦੇ ਡੰਡਾ ਮਾਰ ਦਿੰਦਾ, ਥੱਪੜ ਮਾਰ ਦਿੰਦਾ ਜਾਂ ਕੋਈ ਹੋਰ ਕੰਮ ਕਰ ਦਿੰਦਾ, ਉਹਨੂੰ ਤੁਰੰਤ ਐਕਸ਼ਨ ਲੈ ਕੇ ਪੁਲਿਸ ਥਾਣੇ ਦੇ ਵਿੱਚ ਫੜਿਆ ਜਾਂਦਾ, ਉਹਨੂੰ ਜੇਲ੍ਹ ਦੇ ਵਿੱਚ ਭੇਜਿਆ ਜਾਂਦਾ। ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਦੋਸ਼ੀ ਪਾਏ ਗਏ, ਉਹਨਾਂ ਦੇ ਚਲਾਨ ਵੀ ਪੇਸ਼ 9 ਆ ਗਿਆ ਵਿੱਚ, ਉਹਨਾਂ ਨੂੰ ਬਿਲਕੁਲ ਨਹੀਂ ਸਰਕਾਰਾਂ ਨੇ ਫੜਿਆ, ਕਿਉਂਕਿ ਉਹ ਵੱਡੇ ਮਗਰਮੱਛ ਸੀਗੇ, ਉਹ ਵੱਡਿਆਂ ਦੇ ਅਹੁਦਿਆਂ ਦੇ ਉੱਤੇ ਸੀਗੇ। ਹੁਣ ਪੰਜਾਬ ਦੇ ਲੋਕਾਂ ਨੂੰ ਸੋਚਣਾ ਚਾਹੀਦਾ ਹੈ। ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰੂੰਗਾ ਕਿ ਹੁਣ ਤੁਸੀਂ ਜੇ ਸਰਕਾਰਾਂ ਸਾਡੇ ਕੋਲ ਇਹ ਇਨਸਾਫ ਨਹੀਂ ਦੇ ਰਹੀਆਂ ਪੰਥ ਨੂੰ, ਹੁਣ ਤੁਸੀਂ ਇਹਨਾਂ ਦੋਸ਼ੀਆਂ ਦੇ ਚਿਹਰੇ ਨੇ ਉਹ ਤੁਹਾਡੇ ਸਾਹਮਣੇ ਨੇ। ਇਹ ਦੋਸ਼ੀ ਅੱਜ ਵੀ ਦੁਬਾਰਾ ਫੇਰ 2022 ਦੀਆਂ ਇਲੈਕਸ਼ਨਾਂ ਲੜ ਕੇ ਪੰਜਾਬ ਦੇ ਉੱਤੇ ਰਾਜ ਭਾਗ ਦੁਬਾਰਾ ਫੇਰ ਕਾਇਮ ਕਰਨਾ ਚਾਹੁੰਦੇ ਨੇ। ਇਹ ਦੋਸ਼ੀ ਨੇ ਬਾਦਲ ਕਾ ਲਾਣਾ, ਬਾਦਲ ਦੋਸ਼ੀ ਹੈ ਤੇ ਕੈਪਟਨ ਵੀ ਵਿੱਚ ਹੀ ਨਾਲ ਹੀ ਦੋਸ਼ੀ ਬਣ ਗਿਆ ਜਦੋਂ ਉਹਨੇ ਸਜ਼ਾਵਾਂ ਨੇ ਤਾਂ ਫੜ ਕੇ ਇਹਨਾਂ ਨੂੰ ਅੰਦਰ ਨਹੀਂ ਕੀਤਾ। ਸਰਸੇ ਵਾਲੇ ਸਾਧ ਦੇ ਚੇਲੇ ਦੋਸ਼ੀ ਨੇ। ਇਹਦੇ ਵਿੱਚ ਜਿਹੜੇ ਦੋਸ਼ੀ ਆ, ਮੈਂ ਸਾਰੀਆਂ ਸੰਗਤਾਂ ਨੂੰ ਹੱਥ ਬੰਨ੍ਹ ਕੇ ਅਪੀਲ ਕਰੂੰਗਾ, ਬੇਨਤੀ ਕਰੂੰਗਾ ਕਿ ਤੁਸੀਂ ਹੁਣ ਸਮਝੋ, ਇਹਨਾਂ ਦਾ ਖਹਿੜਾ ਛੱਡੋ। ਇਹਨਾਂ ਨੂੰ ਇਹਨਾਂ ਨੇ ਆਪ ਹੀ ਕਿਹਾ ਸੀ ਵੀ ਜਿਹਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕੀਤੀ ਤੇ ਕਰਾਈ, ਉਹਨਾਂ ਦਾ ਕੱਖ ਨਾ ਰਹੇ। ਬਾਦਲ ਸਰਕਾਰ ਦੇ ਖੇਡਣੇ ਖਿੰਡ ਗਏ, ਇੱਕ ਵੀ ਨਹੀਂ ਰਿਹਾ, ਸਾਰੇ ਅਡੋਡੀ ਹੋ ਗਏ। ਤੇ ਹੁਣ ਆਉਣ ਵਾਲੀ ਚੋਣ ਦੇ ਵਿੱਚ ਇਹ ਦਮਗਜੇ ਮਾਰ ਰਹੇ ਨੇ, ਰਾਜ ਭਾਗ ਦੁਬਾਰਾ ਕਾਇਮ ਕਰਨਾ ਚਾਹੁੰਦੇ ਨੇ ਪੰਜਾਬ ਦੇ ਵਿੱਚ। ਇਹਨਾਂ ਨੂੰ ਤੁਸੀਂ ਨਕਾਰਨਾ ਹੈ। ਤੁਸੀਂ ਸਮਝ ਚੁੱਕੇ ਹੋ, ਜੇ ਤਾਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੇ ਤੁਹਾਡੇ ਨੇ, ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਪਣਾ ਮੰਨਦੇ ਹੋ। ਮੈਂ ਪੰਜਾਬ ਦੀਆਂ ਸੰਗਤਾਂ ਨੂੰ ਬੇਨਤੀ ਕਰਨਾ ਚਾਹੁੰਦਾ, ਸਿੱਖ ਪੰਥ ਨੂੰ, ਸਿੱਖ ਕੌਮ ਨੂੰ ਬੇਨਤੀ ਕਰਨਾ ਚਾਹੁੰਦਾ, ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰੂ ਮੰਨਦੇ ਹੋ ਤਾਂ ਇਹਨਾਂ ਦਾ ਪੂਰਨ ਤੌਰ 'ਤੇ ਮੁਕੰਮਲ ਤੌਰ 'ਤੇ ਬਾਈਕਾਟ ਕਰੋ। ਇਹਨਾਂ ਦੀਆਂ ਨਾ ਰੈਲੀਆਂ 'ਚ ਰਹੋ, ਨਾ ਸਾਰੇ ਪਾਸੇ ਬਾਈਕਾਟ ਕਰ ਦਿਓ ਇਹਨਾਂ ਦਾ ਪੂਰਨ ਤੌਰ 'ਤੇ। ਤਾਂ ਤੁਸੀਂ ਆਪ ਇਹਨਾਂ ਨੂੰ ਸਜ਼ਾਵਾਂ ਦੇਵੋ ਦੋਸ਼ੀਆਂ ਨੂੰ। ਜੇ ਸਰਕਾਰਾਂ ਨਹੀਂ ਇਹਨਾਂ ਨੂੰ ਸਰਕਾਰਾਂ ਨਹੀਂ ਸਜ਼ਾ ਦੇ ਸਕਦੀ, ਤੁਸੀਂ ਦੇ ਦਿਓ। ਤੁਹਾਨੂੰ ਤਾਂ ਪਤਾ ਵੀ ਇਹ ਦੋਸ਼ੀ ਨੇ, ਤੁਸੀਂ ਕਿਰਪਾ ਕਰੋ। ਤੇ ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਬਾਦਲ ਸਰਕਾਰ ਦਾ, ਬਾਦਲ ਦਾ ਪੱਖ ਪੂਰਦੀਆਂ ਨੇ, ਚਾਹੇ ਕੋਈ ਬੁੱਢਾ ਦਲ ਹੋਵੇ, ਚਾਹੇ ਉਹ ਤਰਨੇ ਦਲ ਹੋਣ, ਉਹ ਸਾਰੇ ਬਰਾਬਰ ਦੇ ਦੋਸ਼ੀ ਨੇ। ਜੇ ਉਹਨਾਂ ਦਾ ਉਹ ਖਹਿੜਾ ਨਹੀਂ ਛੱਡਦੇ ਤਾਂ ਅਸੀਂ ਵੀ ਉਹਨਾਂ ਨੂੰ ਬਰਾਬਰ ਦਾ ਦੋਸ਼ੀ ਮੰਨਦੇ ਹਾਂ, ਨਿਹੰਗ ਸਿੰਘ ਜਥੇਬੰਦੀਆਂ ਨੂੰ। ਇਹ ਬਾਦਲ ਨਿਹੰਗ ਸਿੰਘ ਜਥੇਬੰਦੀਆਂ ਕਰਕੇ ਹੀ ਸਾਲਾ ਮਾਰਦਾ। ਇੱਕ ਜਿਹੜੀ ਦਮਦਮੀ ਟਕਸਾਲ ਹੈ ਬਾਬਾ ਧੁੰਮਾ, ਉਹਦੀ ਡਟ ਕੇ ਬਾਦਲਾਂ ਦੀ ਹਮਾਇਤ ਕਰ ਰਿਹਾ। ਜਿਹੜਾ ਸੰਤ ਸਮਾਜ ਹੈ, ਜਿੰਨਾ ਚਿਰ ਇਹ ਖਹਿੜਾ ਨਹੀਂ ਛੱਡਦੇ ਇਹਨਾਂ ਦਾ, ਉਹਨਾਂ ਚਿਰ ਇਹ ਵੀ ਬਰਾਬਰ ਦੇ ਦੋਸ਼ੀ ਨੇ। ਤੁਸੀਂ ਨੇ ਪੰਜਾਬ ਦੀ ਸੰਗਤ ਨੇ ਦੇਖਣਾ ਹੈ ਵੀ ਹੁਣ ਸੱਚਾ ਕਿਹੜਾ, ਸਰਕਾਰੀ ਕਿਹੜਾ, ਬਾਦਲ ਲਾਣੇ ਵਾਲਾ ਕਿਹੜਾ, ਤੇ ਗੁਰੂ ਗ੍ਰੰਥ ਮਹਾਰਾਜ ਦਾ ਜਿਹੜਾ ਰਖਵਾਲਾ ਹੈ ਜਾਂ ਆਪਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਣ ਵਾਲਾ ਉਹ ਕੌਣ ਹੈ, ਇਹ ਤੁਸੀਂ ਨੇ ਪਛਾਣ ਕਰਨੀ ਹੈ। ਸੰਗਤ ਨੇ ਤੁਸੀਂ ਸਜ਼ਾਵਾਂ ਦੇਣੀਆਂ ਨੇ। ਇਹ ਬੇਨਤੀਆਂ ਕਰਾਂਗਾ। ਤੇ ਸਰਕਾਰ ਨੂੰ ਉਹ ਚਾਹੀਦਾ ਸੀਗਾ ਉੱਥੇ ਵੱਡਾ ਵਕੀਲ ਖੜਾ ਕਰਕੇ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਚੁਣੌਤੀ ਦੇਣੇ ਨੂੰ। ਤੇ ਅਸੀਂ ਭੁਰ ਤੱਕ ਲੜਾਂਗੇ, ਪੂਰੇ ਮਰਦੇ ਦਮ ਤੱਕ ਲੜਾਂਗੇ, ਜਿਹੜੇ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਮਰਪਿਤ ਹਾਂ। ਤੇ ਇਹਦੇ ਵਿੱਚ ਹੁਣ ਸੰਗਤਾਂ ਨੂੰ ਸੁਚੇਤ ਹੋਣਾ ਚਾਹੀਦਾ ਵੀ ਕਿਵੇਂ ਇਹਨਾਂ ਨੂੰ ਸਜ਼ਾਵਾਂ ਲੋਕਾਂ ਨੂੰ ਦੇਣੀਆਂ ਨੇ। ਜਿਹੜੇ ਜੱਗਜਾਰ ਹੋ ਚੁੱਕੇ ਨੇ, ਹੁਣ ਇਹ ਦਮਗਜੇ ਮਾਰ ਰਹੇ, ਦੁਬਾਰਾ ਫੇਲ ਅਪੀਲਾਂ ਨੇ ਹੱਥ ਬੰਨ੍ਹ ਕੇ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡਾ ਨਹੀਂ ਤੁਹਾਡਾ ਵੀ ਆ। ਜਾਂ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥੇ ਟੇਕਣੇ ਛੱਡ ਦਿਓ, ਜਾਂ ਇਹ ਲੋਕਾਂ ਨੂੰ ਛੱਡ ਦਿਓ। ਇੱਕ ਕੰਮ ਕਰ ਲਓ। ਤੇ ਪੰਜਾਬ ਦੇ ਲੋਕਾਂ ਨੂੰ ਮੈਂ ਬੇਨਤੀ ਕਰਦਾ, ਇੱਕੋ ਹੀ ਅਪੀਲ ਹੈ ਵੀ ਤੁਸੀਂ ਇੱਕ ਕੰਮ ਕਰੋ, ਜਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕਣਾ ਛੱਡ ਦਿਓ, ਜਾਂ ਇਹਨਾਂ ਨੂੰ ਛੱਡ ਦਿਓ। ਕਿਉਂਕਿ ਗੁਰੂ ਸਾਹਿਬ ਦਾ ਸਾਂਝਾ ਹੈ। ਗੁਰੂ ਸਾਹਿਬ ਦੀ ਸਾਡੇ ਦੀ ਬੇਅਦਬੀ ਕਰਦੀ, ਸਾਡੇ ਪਿਓ ਨੂੰ ਗਲੀਆਂ ਨਾਲੀਆਂ ਦੇ ਵਿੱਚ ਰੋਲਤਾ, ਇਦੋਂ ਵੱਡੀ ਹੋਰ ਕੀ ਹੋਊਗੀ। ਅਸੀਂ ਨਿਹੰਗ ਸਿੰਘਾਂ ਦੇ ਬਾਣੇ ਪਾ ਕੇ ਗੁਰੂ ਸਾਹਿਬ ਦੇ ਇੱਕ ਵੀ ਸਾਡਾ ਉਹਨਾਂ ਦੇ ਹਜੇ ਤੱਕ ਬਿਆਨ ਨਹੀਂ ਆਇਆ। ਕਿੰਨੀਆਂ ਇਹਨਾਂ ਨੇ ਸ਼੍ਰੋਮਣੀ ਕਮੇਟੀ ਨੇ, ਜਿਹੜੀ ਅਖੌਤੀ ਸ਼੍ਰੋਮਣੀ ਕਮੇਟੀ, ਜਿਹੜਾ ਅਖੌਤੀ ਅਕਾਲੀ ਦਲ ਬਾਦਲ ਹੈ, ਉਹਨੇ ਕਿੰਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਘੋਰ ਬੇਅਦਬੀ ਕੀਤੀ ਹੋਵੇ। ਤੇ ਇਹਨਾਂ ਦੀ ਸਰਕਾਰ ਹੋਵੇ, ਇਹਨਾਂ ਨੇ ਦੋਸ਼ੀ ਕਿਉਂ ਨਹੀਂ ਫੜੇ ਹੁਣ ਤੱਕ? ਇਹਨਾਂ ਦੀ ਸਰਕਾਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦੋਸ਼ੀ ਆਪ ਨੇ, ਫੜਨਾ ਕਿਹਨੂੰ? ਇਹਨਾਂ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਇਹਨਾਂ ਦੀ ਸਰਕਾਰਾਂ ਦੇ ਵਿੱਚ, ਇਹਨਾਂ ਦੇ ਰਾਜ ਭਾਗ ਦੇ ਵਿੱਚ ਬੇਅਦਬੀ ਹੋਈ ਤੇ ਇਹਨਾਂ ਨੇ ਜਿਹੜੇ ਸਿੱਖ ਨੇ ਉਹ ਮਾਰੇ। ਇਸ ਕਰਕੇ ਦੋਸ਼ੀ ਨੇ, ਅਸੀਂ ਇਹਨਾਂ ਨੂੰ ਦੋਸ਼ੀ ਮੰਨਦੇ ਹਾਂ। ਸਾਰਾ ਪੰਥ ਇਹਨਾਂ ਨੂੰ ਦੋਸ਼ੀ ਮੰਨਦਾ। ਇਹਨਾਂ ਨੂੰ ਤੁਸੀਂ ਸੰਗਤ ਨੇ ਸਜ਼ਾ ਦੇਣੀ ਹੈ। ਇਹਨਾਂ ਨੂੰ ਬਿਲਕੁਲ ਨਕਾਰ ਕੇ, ਇਹਨਾਂ ਦਾ ਬਿਲਕੁਲ ਸਾਥ ਛੱਡ ਕੇ, ਇਹਨਾਂ ਨੂੰ ਬਿਲਕੁਲ ਰੋਟੀ ਬੇਟੀ ਦੇ ਇਹਨਾਂ ਦੀ ਸਾਂਝ ਖਤਮ ਕਰਕੇ ਫਿਰ ਤੁਹਾਨੂੰ ਗੁਰੂ ਸਾਹਿਬ ਤੁਹਾਡੇ ਉੱਤੇ ਮਿਹਰ ਕਰਨਗੇ। ਨਹੀਂ ਤਾਂ ਫਿਰ ਤੁਸੀਂ ਸਾਰੇ ਦਾਗੀ ਹੋ, ਅਸੀਂ ਵੀ ਨਾਲ ਹੀ ਹਾਂ।
ਜਿੰਨਾ ਕਿ ਸਾਡਾ ਫਰਜ਼ ਆ ਅਸੀਂ ਨਿਭਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਬਾਬਾ ਜੀ ਇੱਕ ਮਿੰਟ, ਇਹ ਜਦੋਂ ਪਹਿਲਾਂ ਬਾਦਲ ਅੰਦਰ ਗਿਆ ਨਾ, ਬਾਦਲ ਪਰਿਵਾਰ, ਉਦੋਂ ਜੱਜ ਸੀਗਾ ਜਿਹੜਾ ਨਿਰਮਲ ਸਿੰਘ ਜੱਜ ਸੀ ਹਾਈ ਕੋਰਟ ਦਾ, ਉਹਦੇ ਘਰੇ ਇਹਦੀ ਰਾਤ ਨੂੰ ਜ਼ਮਾਨਤ ਹੋਈ। ਰਾਤ ਨੂੰ ਜ਼ਮਾਨਤ ਬੇਲ ਆਰਡਰ ਹੋ ਕੇ ਤੇ ਉਹ ਜਾਂਦੇ ਰਹੇ ਜਦੋਂ ਕੈਪਟਨ ਨੇ ਇਹਨੂੰ ਅੰਦਰ ਕਰਿਆ ਸੀ। ਫਿਰ ਉਹਦੀ ਜਿਹੜੀ ਘਰ ਵਾਲੀ ਸੀ ਬੀਬੀ ਪਰਮਜੀਤ ਗੋਲਸਨ, ਉਹਨੂੰ ਉਹਦੇ ਐਵਜ ਦੇ ਵਿੱਚ ਇਹਨਾਂ ਨੇ ਜਾ ਕੇ ਬਠਿੰਡਿਓਂ ਇਲੈਕਸ਼ਨ ਲੜਾਈ, ਉਹਨੂੰ MP ਦੇ ਕੋਟੇ 'ਚ ਇਲੈਕਸ਼ਨ ਦਿੱਤੀ। ਹੁਣ ਵੀ ਇਹ 2022 'ਚ ਮਤਲਬ ਜਿਹੜੀ ਇਲੈਕਸ਼ਨ ਆ ਰਹੀ ਆ, ਉਹਦੇ ਇਲੈਕਸ਼ਨ ਦੇ ਸੰਬੰਧ ਵਿੱਚ ਹੀ ਇਹ ਕੁਝ ਹੋਇਆ। ਜਿਹੜਾ ਇਹ ਜੱਜ ਹੈ ਨਾ ਜਿਹੜੇ ਨੇ ਕਰਿਆ, ਇਹਦੇ ਪਰਿਵਾਰ ਨੂੰ, ਰਿਸ਼ਤੇਦਾਰ ਨੂੰ, ਕਿਸੇ ਨੂੰ ਮਤਲਬ ਹੁਣ ਉੱਥੇ ਟਿਕਟ ਬਾਦਲ ਵੱਲੋਂ ਦਿੱਤੀ ਜਾਊਗੀ, ਉਹਦੇ ਪਰਿਵਾਰ ਨੂੰ ਇਹ ਸਮਝੌਤਾ ਹੋਇਆ। ਇਹ ਜਿਹੜਾ ਸੀ ਇਹ ਕੋਈ ਪੈਨਲ ਬਣ ਕੇ ਜੇ ਹੋਣਾ ਵੀ ਸੀ, ਚਲੋ ਪੈਨਲ ਬਣ ਕੇ ਇਹਦਾ ਫੈਸਲਾ ਹੁੰਦਾ। ਜੱਜ ਇੱਕ ਨਹੀਂ, ਜੱਜ ਦਾ ਫੈਸਲਾ ਹੋਣਾ ਚਾਹੀਦਾ। 2-4 ਜੱਜ ਬੈਠਣੇ ਦਾ ਪੈਨਲ ਬਣ ਕੇ ਇਹਦਾ ਫੈਸਲਾ ਹੁੰਦਾ ਇਸ ਕੇਸ ਦਾ। ਫਿਰ ਤਾਂ ਹੈਗਾ ਸੀ ਅਸੀਂ ਚਲੋ ਕੁਛ ਨਾ ਕੁਛ ਮੰਨ ਲੈਂਦੇ ਵੀ ਚਲੋ ਇਹਨਾਂ ਨੇ ਕੋਈ ਸਹੀ ਕਰਿਆ। ਇਹ ਤਾਂ 100% ਹੀ ਸਾਰਾ ਜਿਹੜਾ ਨਾ ਗਲਤ ਹੋਇਆ ਇਹ ਕੰਮ। ਪਹਿਲਾਂ 1978 ਦੇ ਵਿੱਚ ਜਿਹੜਾ ਜਦੋਂ ਨਕਲੀ ਨਰਕਧਾਰੀਆਂ ਨੇ ਉੱਥੇ ਅੰਮ੍ਰਿਤਸਰ 13 ਸਿੰਘ ਸ਼ਹੀਦ ਕਰਿਆ, ਉਦੋਂ ਵੀ ਇਹਨਾਂ ਨੇ ਜਿਹੜਾ ਕੇਸ ਬਦਲ ਕੇ ਇੱਧਰ ਹਰਿਆਣੇ ਦੇ ਵਿੱਚ ਲਿਆਂਦਾ ਤੇ ਹਰਿਆਣੇ ਦੇ ਵਿੱਚ ਉਹਨਾਂ ਨੂੰ ਬਰੀ ਕਰਕੇ ਤੋਰਤਾ। ਜੇ ਇਸ ਤਰ੍ਹਾਂ ਹੀ ਜੱਜਾਂ ਨੇ ਬਰੀ ਕਰ ਦੇਣਾ, ਇਸ ਤਰ੍ਹਾਂ ਹੀ ਫੈਸਲੇ ਕਰ ਦੇਣੇ ਆ ਜੱਜਾਂ ਨੇ, ਫਿਰ ਤੁਹਾਡਾ ਕੀ ਲੋੜ ਹੈ ਐਵੇਂ ਜੱਜਾਂ ਕੋਲੇ ਕਚਹਿਰੀਆਂ 'ਚ ਟਾਈਮ ਖਰਾਬ ਕਰਨ ਦੀ। ਫਿਰ ਤੁਸੀਂ ਆਪਾਂ ਛੱਡੋ ਖਹਿੜਾ ਇਸ ਗੱਲ ਦਾ। ਚਲੋ ਸਾਰੀ ਸਾਧ ਸੰਗਤ ਨੂੰ ਸਾਡੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਅਸੀਂ ਅੱਜ ਮੀਡੀਆ ਵਾਲੇ ਵੀਰਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਹੜੇ ਸੰਘਰਸ਼ ਦੇ ਨਾਲ 7-8 ਮਹੀਨਿਆਂ ਤੋਂ ਬੜੇ ਜੁੜੇ ਹੋਏ ਨੇ। ਤੇ ਬਾਕੀ ਜਿਹੜੀ ਗੱਲ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਚੱਲਦੀ ਪਈ ਵੀ ਗੁਰੂ ਗ੍ਰੰਥ ਸਾਹਿਬ ਦੀ ਸਾਡੀ ਬੇਅਦਬੀ ਹੋਈ ਹੈ, ਦੇਖੋ ਇਹ ਤਾਂ ਸਾਰੀ ਸਾਧ ਸੰਗਤ ਨੂੰ, ਪੰਜਾਬ, ਹਰਿਆਣਾ, ਪੂਰੇ ਭਾਰਤ ਨੂੰ, ਪੂਰੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਸੋਚਣਾ ਚਾਹੀਦਾ ਹੈ। ਜੇ ਸਾਡੇ ਅੱਜ ਇੱਕ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਦੀ ਛਤਰਛਾਇਆ ਹੇਠ ਪੂਰਾ ਵਰਲਡ, ਸਿੱਖ ਕੌਮ ਕੀ ਸਾਰੀਆਂ ਕੌਮਾਂ ਉਹਨਾਂ ਦੀ ਛਤਰਛਾਇਆ ਹੇਠ ਰਹਿ ਰਹੀ ਆ, ਜੇ ਅੱਜ ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਇਨਸਾਫ ਨਹੀਂ ਮਿਲਦਾ ਤੇ ਆਮ ਬੰਦੇ ਨੂੰ ਤਾਂ ਇਨਸਾਫ ਕਿੱਥੇ ਮਿਲ ਸਕਦਾ। ਇਸ ਕਰਕੇ ਅਸੀਂ ਜਿਹੜਾ ਇਹ ਸਵਾਲ ਆ ਕੱਲੀ ਅਕਾਲੀ ਸਰਕਾਰ ਤੇ ਨਹੀਂ ਚੁੱਕਦੇ। ਇਸ ਅਕਾਲੀ ਸਰਕਾਰ ਦੇ ਟਾਈਮ ਇਹ ਕੰਮ ਹੋਇਆ ਹੈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ, ਉੱਥੇ ਗੋਲੀ ਕਾਂਡ ਕੀਤਾ ਉਹਨਾਂ ਨੇ। ਇਸ ਕਰਕੇ ਜਿਹੜੀਆਂ ਸੰਜਵਾਵਾਂ ਉਹਨਾਂ ਨੂੰ ਸਜ਼ਾ ਬਣਦੀ ਉਹ ਬਿਲਕੁਲ ਹੱਕਦਾਰ ਆ। ਬਾਕੀ ਇੱਥੇ ਅਸੀਂ ਕੈਪਟਨ ਸਾਹਿਬ ਨੂੰ ਵੀ ਦੋਸ਼ੀ ਮੰਨਦੇ ਹਾਂ, ਕਿਉਂਕਿ ਉਹਨਾਂ ਦੀ ਸਰਕਾਰ ਦੇ ਵਿੱਚ ਉਹਨਾਂ ਨੇ ਵਿਸ਼ਵਾਸ ਦਿਵਾਇਆ ਸੀ ਜੋ ਸਰਕਾਰ ਬਣਾਈ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਇਨਸਾਫ ਦਿਵਾਵਾਂਗੇ। ਹਜੇ ਤੱਕ ਕੋਈ ਉਹਨਾਂ ਨੇ ਇੰਨਾ ਵਧੀਆ ਇਨਸਾਫ ਨਹੀਂ ਦਿਵਾਇਆ, ਕੁਛ ਨਹੀਂ ਕੀਤਾ। ਕਿਉਂਕਿ ਅਸੀਂ ਸੰਗਤ ਨੂੰ ਇਹੀ ਕਹਿੰਦੇ ਆ ਵੀ ਜੇ ਸਾਡੇ ਲਈ ਅਕਾਲੀ ਸਰਕਾਰ ਜਿੰਨੀ ਮਾੜੀ ਰਹੀ, ਉਨੀ ਆਉਣ ਵਾਲੀ ਅੱਜ ਦੀ ਸਰਕਾਰ ਵੀ ਮਾੜੀ, ਕਿਉਂਕਿ ਇਹਨਾਂ ਵੀ ਸਾਡਾ ਕੋਈ ਏਡਾ ਵੱਡਾ ਯੋਗਦਾਨ ਨਹੀਂ ਸਾਨੂੰ ਇਨਸਾਫ ਦਿਵਾਉਣ ਲਈ ਗੁਰੂ ਗ੍ਰੰਥ ਸਾਹਿਬ ਲਈ। ਜੇ ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਅੱਜ ਇਨਸਾਫ ਨਹੀਂ ਮਿਲਦਾ ਤਾਂ ਸਾਡੇ ਵਾਸਤੇ ਕਿੱਥੇ ਮਿਲੇਗਾ, ਸਾਡੀ ਕਿਸਾਨੀ ਨੂੰ ਕਿੱਥੇ ਮਿਲੇਗਾ, ਜਾਂ ਆਮ ਲੋਕ ਨੂੰ ਕਿੱਥੇ ਇਨਸਾਫ ਮਿਲ ਸਕਦਾ ਹੈ। ਇਸ ਕਰਕੇ ਜਿੰਨਾ ਚਿਰ ਤੱਕ ਸਾਨੂੰ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ ਨਹੀਂ ਮਿਲਦਾ, ਸਾਡਾ ਹੱਕ ਨਹੀਂ ਮਿਲਦਾ, ਸਾਨੂੰ ਸਾਰੀ ਸੰਗਤ ਨੂੰ, ਪੂਰੇ ਪੰਜਾਬ ਨੂੰ ਪਿੰਡਾਂ 'ਚ ਮਤੇ ਪਾ ਕੇ ਬਿਲਕੁਲ ਹੀ ਸਿਆਸੀ ਪਾਰਟੀਆਂ, ਭਾਵੇਂ ਆਮ ਆਦਮੀ ਪਾਰਟੀ ਹੋਵੇ, ਭਾਵੇਂ ਕਾਂਗਰਸ ਹੋਵੇ, ਭਾਵੇਂ ਅਕਾਲੀ ਦਲ ਹੋਵੇ, ਮਤੇ ਪਾ ਕੇ ਸਾਰੀਆਂ ਸਰਕਾਰਾਂ ਦਾ ਬਿਲਕੁਲ ਬਾਈਕਾਟ ਕਰਨਾ ਚਾਹੀਦਾ ਹੈ। ਕਿਉਂਕਿ ਜਿੰਨਾ ਚਿਰ ਤੱਕ ਸਾਡੇ ਗੁਰੂ ਨੂੰ ਇਨਸਾਫ ਹੀ ਨਹੀਂ ਮਿਲਦਾ ਤਾਂ ਸਾਨੂੰ ਇਹਨਾਂ ਦੀਆਂ ਰੈਲੀਆਂ ਬਿਲਕੁਲ ਬੰਦ, ਪਿੰਡਾਂ 'ਚ ਵੜਨਾ ਬਿਲਕੁਲ ਬੰਦ ਕਰਨਾ ਚਾਹੀਦਾ। ਤੇ ਇੰਨਾ ਧੱਕਾ ਸਾਡੇ ਗੁਰੂ ਨੂੰ ਇਨਸਾਫ ਨਹੀਂ ਦੇ ਸਕਦੇ, ਹੋਰ ਧੱਕੇ ਲਾ ਲਓ। ਕੱਲ੍ਹ ਤੁਸੀਂ ਆਪ ਹੀ ਦੇਖਿਆ ਸਾਡਾ ਲੱਖਾ ਸਿਧਾਣਾ ਜੋ ਪੰਜਾਬ ਦਾ ਵੀਰ ਸਾਡਾ, ਉਹਦੇ ਕਜਨ ਭਰਾ ਨੂੰ ਚੱਕ ਕੇ ਪੁਲਿਸ ਵੱਲੋਂ ਪੰਜਾਬ 'ਚ ਚੱਕਿਆ ਦਿੱਲੀ ਦੀ ਪੁਲਿਸ ਨੇ। ਕਿੱਡੀ ਮਾੜੀ ਗੱਲ ਆ। ਦੇਖੋ ਸਾਡੇ ਕੈਪਟਨ ਸਾਹਿਬ ਦਾ ਇੱਕ ਵੀ ਅਜੇ ਬਿਆਨ ਨਹੀਂ ਆ ਰਿਹਾ। ਇੱਕ ਕਿਸਾਨ ਆ, ਅਸੀਂ ਕੋਈ ਅੱਤਵਾਦੀ ਨਹੀਂ ਵੀ ਜਿੱਥੋਂ ਮਰਜ਼ੀ ਪੁਲਿਸ ਚੱਕ ਲੇ। ਇਹ ਪੰਜਾਬ ਪੁਲਿਸ ਨੂੰ ਸੋਚਣਾ ਚਾਹੀਦਾ, ਕੈਪਟਨ ਸਾਹਿਬ ਨੂੰ ਸੋਚਣਾ ਚਾਹੀਦਾ ਵੀ ਤੁਹਾਡੇ ਪੰਜਾਬ ਦੇ ਵਿੱਚੋਂ ਬੰਦਾ ਚੱਕ ਕੇ ਦਿੱਲੀ ਕਿਵੇਂ ਆ ਗਿਆ ਤੁਹਾਡੇ ਪੁੱਛਣ ਤੋਂ ਬਿਨਾਂ। ਇਸ ਕਰਕੇ ਸਾਨੂੰ ਲੋਕਾਂ ਨੂੰ, ਸਾਨੂੰ ਸੰਗਤ ਨੂੰ ਜਿੰਨਾ ਚਿਰ ਤੱਕ ਅਸੀਂ ਪਿੰਡਾਂ 'ਚ ਮਤੇ ਨਹੀਂ ਪਾਉਂਦੇ, ਇਹਨਾਂ ਸਿਆਸੀ ਪਾਰਟੀਆਂ ਦਾ ਬਾਈਕਾਟ ਨਹੀਂ ਕਰਦੇ, ਸਾਨੂੰ ਇਨਸਾਫ ਨਹੀਂ ਮਿਲਣਾ, ਨਾ ਗੁਰੂ ਗ੍ਰੰਥ ਸਾਹਿਬ ਨੂੰ ਮਿਲਣਾ, ਨਾ ਸਾਨੂੰ ਮਿਲਣਾ। ਅਸੀਂ ਕੋਈ ਅੱਤਵਾਦੀ ਨਹੀਂ ਜਿੱਥੋਂ ਮਰਜ਼ੀ ਚੱਕ ਕੇ ਪੁਲਿਸ ਲੈ ਆਵੇ। ਅਸੀਂ ਇੱਕ ਕਿਸਾਨ ਆ, ਕਿਸਾਨੀ ਸੰਘਰਸ਼ ਚੱਲਦਾ ਪਿਆ। ਬਾਕੀ ਅਸੀਂ ਸਾਰੇ ਅੱਗੇ ਸਾਡੀਆਂ ਪੰਥਕ ਜਥੇਬੰਦੀਆਂ, ਸਾਡੇ ਜਿਹੜੇ ਸੰਪਰਦਾ ਵਾ, ਅਸੀਂ ਉਹਨਾਂ ਦੀ ਜਿਹੜੀ ਚੁੱਪ ਆ, ਅਸੀਂ ਉਹਨਾਂ ਬਾਰੇ ਕੁਝ ਨਹੀਂ ਕਹਿ ਸਕਦੇ ਵੀ ਪਤਾ ਨਹੀਂ ਕਿਉਂ ਚੁੱਪ ਨੇ, ਕਿਉਂ ਨਹੀਂ ਬੋਲ ਰਹੇ, ਪਤਾ ਨਹੀਂ ਉਹਨਾਂ ਦਾ ਕੀ ਰਾਜਨੀਤੀ ਨਾਲ ਜਾਂ ਕਾਹਦਾ ਦਬਾਅ ਆ, ਜਾਂ ਅਕਾਲੀ ਸਰਕਾਰ ਦਾ ਦਬਾਅ ਸੀ, ਜਾਂ ਇਸ ਟਾਈਮ ਕਾਂਗਰਸ ਸਰਕਾਰ ਦਾ ਦਬਾਅ ਹੈ, ਜਿਨ੍ਹਾਂ ਨੂੰ ਆਪਣਾ ਗੁਰੂ ਗ੍ਰੰਥ ਸਾਹਿਬ ਬਾਰੇ ਨਹੀਂ ਇਹ ਜਿਹੜੀਆਂ ਸਾਡੀਆਂ ਪੰਥਕ ਜਥੇਬੰਦੀਆਂ ਬੋਲ ਰਹੀਆਂ। ਦੱਸੋ, ਆਮ ਅਸੀਂ ਇੱਕ ਖਾਲਸਾ ਪੰਥ ਲਾ ਲਓ ਜਾਂ ਪੰਥਕ ਜਥੇਬੰਦੀਆਂ, ਅਸੀਂ ਤਾਂ ਗਊ ਗਰੀਬ ਦੀ ਰੱਖਿਆ ਵਾਸਤੇ ਆ। ਜੇ ਅਸੀਂ ਗੁਰੂ ਦੀ ਰੱਖਿਆ ਨਹੀਂ ਕਰ ਸਕਦੇ, ਉਹਦੇ ਲਈ ਨਹੀਂ ਅਸੀਂ ਬੋਲ ਸਕਦੇ। ਸਭ ਤੋਂ ਜ਼ਿਆਦਾ ਸਵਾਲ ਸਾਡੇ ਨਿਹੰਗ ਸਿੰਘ ਜਥੇਬੰਦੀਆਂ ਤੇ,
ਪੰਥਕ ਜਥੇਬੰਦੀਆਂ ਤੇ ਟਕਸਾਲ ਵਾਲਿਆਂ ਤੇ। ਦੇਖੋ ਅਸੀਂ ਕਿੱਡਾ ਵੱਡਾ ਕੇਸ ਸਾਡਾ ਖਰਾਬ ਹੋਇਆ ਹਾਈ ਕੋਰਟ 'ਚ, ਸਾਡੇ ਗੁਰੂ ਨੂੰ ਇਨਸਾਫ ਨਹੀਂ ਮਿਲਿਆ। ਇਸ ਕਰਕੇ ਅਸੀਂ ਪੰਜਾਬ ਨੂੰ ਪੂਰੇ ਨੂੰ ਕਹਿੰਦੇ ਹਾਂ ਵੀ ਬਿਲਕੁਲ ਸਾਰੀਆਂ ਸਿਆਸੀ ਪਾਰਟੀਆਂ ਦਾ ਬਾਈਕਾਟ ਕੀਤਾ ਜਾਵੇ ਜਿੰਨਾ ਚਿਰ ਤੱਕ ਸਾਡੇ ਗੁਰੂ ਨੂੰ ਇਨਸਾਫ ਨਹੀਂ ਮਿਲਦਾ। ਸਾਡਾ ਦੇ ਲੱਖੇ ਸਿਧਾਣੇ ਸਾਡਾ ਭਰਾ ਆ, ਉਹਦਾ ਭਰਾ ਕੱਜਣਾ ਭਰਾ ਚੱਕ ਕੇ ਦੇਖੋ ਕਿੰਨਾ ਪੁਲਿਸ ਨੇ ਕੁੱਟਮਾਰ ਕੀਤੀ। ਦੇਖੋ ਇਸ ਹਿਸਾਬ ਨਾਲ ਸਾਨੂੰ ਜਿਹੜਾ ਮਰਜ਼ੀ ਪੰਜਾਬ 'ਚ ਚੱਕ ਲਏਗਾ, ਜੋ ਮਰਜ਼ੀ ਕਰੇਗਾ। ਇਸ ਕਰਕੇ ਸਾਰੀ ਪੰਜਾਬ ਦੀ ਯੂਥ ਨੂੰ, ਪੰਜਾਬ ਦੇ ਕਿਸਾਨਾਂ ਨੂੰ ਸਾਡੇ ਆਪਸ 'ਚ ਜੇ ਮਤਭੇਦ ਉਹ ਅਸੀਂ ਬਾਅਦ 'ਚ ਦੇਖਾਂਗੇ, ਪਰ ਇਹ ਨਹੀਂ ਹੈਗਾ ਵੀ ਜਿੱਥੋਂ ਮਰਜ਼ੀ ਪੰਜਾਬ 'ਚੋਂ ਕੋਈ ਨੌਜਵਾਨ ਚੱਕੇ ਜੋ ਮਰਜ਼ੀ ਕਰੇ ਪੁਲਿਸ। ਜਿੰਨਾ ਚਿਰ ਤੱਕ ਕੋਈ ਇਨਕੁਆਰੀ ਨਹੀਂ, ਕੋਈ ਗੱਲ ਨਹੀਂ ਹੈ ਵੀ ਚੱਕ ਕੇ ਲਿਆ ਕੇ ਟੈਰੋਗੇਟ ਕਰੀ ਜਾਓ। ਇਸ ਕਰਕੇ ਪੰਜਾਬ ਨੂੰ ਸੋਚਣਾ ਪਏਗਾ, ਪੰਜਾਬ ਦੀ ਸਰਕਾਰ ਨੂੰ ਸੋਚਣਾ ਪਏਗਾ। ਗਾਂ 22 ਆ ਗਿਆ, 22 'ਚ ਇਲੈਕਸ਼ਨ ਤੁਹਾਨੂੰ ਤਾਂ ਕਿਸੇ ਨੂੰ ਵੋਟ ਪੈਣੀ ਆ, ਤਾਂ ਲੋਕਾਂ ਨੇ ਪਿੰਡਾਂ 'ਚ ਵੜਨ ਦੇਣਾ। ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ ਦਿਵਾਓਗੇ ਸਾਨੂੰ, ਤੇ ਜਾਂ ਸਾਡੇ ਕਿਸਾਨਾਂ ਦੇ ਨਾਲ ਖੜੋਗੇ। ਇਹ ਨਹੀਂ ਅਸੀਂ ਅੱਤਵਾਦੀ ਨੂੰ ਜਿੱਥੋਂ ਮਰਜ਼ੀ ਚੱਕ ਕੇ ਲਿਆ ਕੇ ਪਰਚਾ ਕੱਟ ਦਿਓ। ਬਾਕੀ ਅਸੀਂ ਸਾਰੀਆਂ ਜਥੇਬੰਦੀਆਂ ਨੂੰ ਵੀ ਕਹਿੰਦੇ ਵੀ ਤੁਸੀਂ ਬੋਲੋ, ਆਪਣੀ ਚੁੱਪ ਨੂੰ ਖੋਲ੍ਹ ਲਓ। ਆਉਣ ਵਾਲੇ ਟਾਈਮ 'ਤੇ ਪੂਰਾ ਪੰਜਾਬ, ਪੂਰਾ ਭਾਰਤ ਉਹ ਨਾ ਹੋਵੇ ਜੇ ਤੁਹਾਡੀ ਚੁੱਪ ਨੂੰ, ਪੰਜਾਬ ਨੂੰ ਰੋਲਾ ਪਾ ਕੇ ਜਗਾਉਣਾ ਪਵੇ। ਉਦੋਂ ਤੋਂ ਪਹਿਲਾਂ ਤੁਸੀਂ ਆਪਣੀਆਂ ਚੁੱਪਾਂ ਖੋਲ੍ਹੋ। ਅਸੀਂ ਕਿਸਾਨ ਲੀਡਰਾਂ ਨੂੰ ਵੀ ਕਹਿੰਦੇ ਆ ਵੀ ਤੁਸੀਂ ਵੀ ਬੋਲੋ। ਦੇਖੋ ਕੱਲ ਪੰਜਾਬ ਤੋਂ ਨੌਜਵਾਨ ਚੱਕਿਆ ਲੱਖੇ ਭਰਾ ਦਾ ਕਜਣ, ਜੇ ਅਸੀਂ ਅੱਜ ਨਹੀਂ ਬੋਲਦੇ ਜਿਹਦਾ ਮਰਜ਼ੀ ਚੱਕੇਗਾ, ਸਾਡਾ ਸੰਘਰਸ਼ ਨੂੰ ਫੇਲ ਕਰਦੀ ਸਰਕਾਰ। ਜੇ ਅਸੀਂ ਅੱਜ ਏਕਾ ਨਹੀਂ ਕਰਦੇ, ਇਕੱਠ ਨਹੀਂ ਇਕੱਠਾ ਕਰਦੇ, ਉਹਨਾਂ ਚਿਰ ਤੱਕ ਸਾਡਾ ਸੰਘਰਸ਼ ਡਾਊਨ ਹੋਏਗਾ। ਇਸ ਕਰਕੇ ਅਸੀਂ ਸੰਘਰਸ਼ ਨੂੰ ਕਾਮਯਾਬ ਕਰਨਾ, ਅਸੀਂ ਆਪਣਾ ਏਕਾ ਦਿਖਾਉਣਾ। ਇਸ ਕਰਕੇ ਅਸੀਂ ਸਾਰਿਆਂ ਦਾ, ਮੀਡੀਆ ਵਾਲਿਆਂ ਦਾ ਵੀ ਧੰਨਵਾਦ ਕਰਦੇ ਹਾਂ। ਬਾਕੀ ਸਾਡੇ ਵੱਲੋਂ ਸਾਰੀ ਸਾਧ ਸੰਗਤ ਨੂੰ ਇਹੀ ਬੇਨਤੀ ਕੀਤੀ ਜਾਂਦੀ ਹੈ, ਪਹਿਲੋਂ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ ਲੈਣਾ, ਕਿਸਾਨੀ ਦਾ ਵੀ ਲੈਣਾ, ਫਿਰ ਸਿਆਸੀ ਪਾਰਟੀ ਨੂੰ ਪਿੰਡ 'ਚ ਵੜਨ ਦੀ ਇਹਨਾਂ ਦਾ ਬਿਲਕੁਲ ਬਾਈਕਾਟ ਕੀਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਅਕਾਲੀ ਦਲ ਹੈ, ਇਹਨੇ 2015 ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰਾਈ। ਇਹ ਬੇਅਦਬੀ ਕਰਾਈ, ਸਾਧ ਸੰਗਤ ਨੇ ਰੋਸ ਵਜੋਂ ਧਰਨੇ ਲਾਏ। ਅਕਾਲੀ ਦਲ ਨੇ ਉਹਨਾਂ ਧਰਨਾ ਦੇਣ ਵਾਲਿਆਂ ਦੇ ਉੱਤੇ ਪਰਚੇ ਕੀਤੇ। ਤੇ ਇਹ ਜੋ ਅੱਜ ਦੀ ਕਾਂਗਰਸ ਸਰਕਾਰ ਆ, ਇਹ ਵੀ ਅੱਜ ਅਕਾਲੀ ਦਲ ਦੇ ਨਾਲ ਮਿਲ ਕੇ, ਜਿੱਦਾਂ ਇਹਨੇ ਕਾਂਗਰਸ ਨੇ 5 ਸਾਲ ਆਪਣੇ ਪੂਰੇ ਕਰ ਲਏ, ਅੱਗੇ ਇਲੈਕਸ਼ਨ ਆ ਰਹੀ ਆ, ਇਲੈਕਸ਼ਨ ਦੇ ਜਾਂਦੇ ਜਾਂਦੇ ਕੈਪਟਨ ਨੇ ਬਾਦਲਾਂ ਨੂੰ ਫ੍ਰੀ ਕਰ ਦਿੱਤਾ। ਕੈਪਟਨ ਨੇ ਤਾਂ ਫ੍ਰੀ ਕਰ ਦਿੱਤਾ। ਹੁਣ ਸਾਨੂੰ ਸਾਧ ਸੰਗਤ ਨੂੰ ਸੋਚਣਾ ਚਾਹੀਦਾ ਵੀ ਇਹਨਾਂ ਦੋਸ਼ੀਆਂ ਦਾ ਕਰਨਾ ਕੀ ਆ। ਇਹਨਾਂ ਦੋਸ਼ੀਆਂ ਨੂੰ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਨਹੀਂ ਵੜਨ ਦੇਣਾ ਚਾਹੀਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਨਸਾਫ ਲੈਣਾ ਚਾਹੀਦਾ ਵਾ। ਔਰ ਜਿਹੜਾ ਦਿੱਲੀ ਦੇ ਵਿੱਚ ਕਿਸਾਨੀ ਮੋਰਚਾ ਲੱਗਾ ਵਾ, ਸਾਨੂੰ ਸਾਰਿਆਂ ਨੂੰ ਇਹਦਾ ਸਹਿਯੋਗ ਦੇਣਾ ਚਾਹੀਦਾ ਵਾ। ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਜਿਹੜੀਆਂ ਨਹੀਂ ਅੱਜ ਤੱਕ ਬੋਲਦੀਆਂ, ਉਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਵਾਸਤਾ ਵਾ, ਉਹਨਾਂ ਨੂੰ ਇਹ ਬੋਲਣਾ ਚਾਹੀਦਾ ਵਾ। ਇਨਸਾਫ ਸਰਕਾਰ ਦੇ ਕੋਲੋਂ ਮੰਗਣਾ ਚਾਹੀਦਾ ਵਾ। ਅਸੀਂ ਸਾਰੀਆਂ ਹੀ ਜਥੇਬੰਦੀਆਂ ਦੇ ਨਾਲ, ਕਿਸਾਨਾਂ ਦੇ ਨਾਲ, ਗੁਰੂ ਦੀ ਸੰਗਤ ਦੇ ਨਾਲ, ਅਸੀਂ ਮਨ ਦੇ ਨਾਲ, ਧਨ ਦੇ ਨਾਲ ਖੜੇ ਆ। ਬਾਕੀ ਇਹਨਾਂ ਸਰਕਾਰਾਂ ਨੂੰ ਇਹ ਜੋ ਅੱਜ ਵੋਟਾਂ ਮੰਗਣ ਆਉਂਦੇ ਆ, ਇਹਨਾਂ ਦਾ ਬਾਈਕਾਟ ਕੀਤਾ ਜਾਵੇ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਇਨਸਾਫ ਲਿਆ ਜਾਵੇ। ਜਿਹੜੀ ਇਹਨਾਂ ਨੇ ਬੇਅਦਬੀ ਕੀਤੀ, ਬਾਦਲਾਂ ਦਾ ਸਾਫ਼ ਕਰਕੇ ਜਿਹੜਾ ਪੱਤਾ ਸਾਫ਼ ਕਰਨਾ ਚਾਹੀਦਾ। ਕੈਪਟਨ ਦਾ ਵੀ ਜਿਹੜਾ ਪੱਤਾ ਹੀ ਸਾਫ਼ ਹੋਣਾ ਚਾਹੀਦਾ, ਕਿਉਂਕਿ ਇਹਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਫਿਰ ਸਰਕਾਰ ਬਣਾਈ ਆ। 5 ਸਾਲ ਸਰਕਾਰ ਬਣਾਈ, ਇਹਨੇ ਧੋਖੇ ਨਾਲ ਸਰਕਾਰ ਬਣਾਈ, ਲੋਕਾਂ ਨੂੰ ਲਾਲਚ ਦੇ ਕੇ ਬਣਾਇਆ। ਬਾਕੀ ਇਹਨੇ ਕੋਈ ਵੀ ਕਿਸੇ ਨੂੰ ਇਨਸਾਫ ਨਹੀਂ ਦਿੱਤਾ। ਬਾਕੀ ਅਸੀਂ ਇੰਨਾ ਹੀ ਬੋਲਦੇ ਆ ਵੀ ਇਹਨਾਂ ਦਾ ਜਿਹੜਾ ਵਾ ਸੋਚਿਆ ਜਾਵੇ। ਇਹਨਾਂ ਨੂੰ ਜਿਹੜਾ ਵਾ, ਇਹਨਾਂ ਨੂੰ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਨਾ ਵੜਨ ਦਿੱਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਦਾਸ ਜਹੇਦਾਰ ਨਰੈਣ ਸਿੰਘ ਮਿਸਲ ਸ਼ਹੀਦਾਂ ਬਾਬਾ ਬਾਜ ਸਿੰਘ ਤਰਨਾ ਦਲ ਤੇ ਇੱਥੇ ਸਾਰੀਆਂ ਸਿੱਖ ਸੰਗਤਾਂ ਜੋ ਬੈਠੀਆਂ, ਉਹਨਾਂ ਦੇ ਵਿੱਚ ਸਿੰਘ ਸਾਹਿਬ ਬਾਬਾ ਮਾਨ ਸਿੰਘ ਜੀ ਮੁਖੀ ਦਲ ਬੁੱਢਾ ਦਲ 96 ਕਰੋੜੀ, ਸਿੰਘ ਸਾਹਿਬ ਬਾਬਾ ਜੜ ਸਿੰਘ ਜੀ ਦਲ ਅਰਬਾਂ ਖਰਬਾਂ, ਸਿੰਘ ਸਾਹਿਬ ਜਥੇਦਾਰ ਬਾਬਾ ਰਾਜਾ ਰਾਜ ਸਿੰਘ ਜੀ ਦਲ ਅਰਬਾਂ ਖਰਬਾਂ, ਸਿੰਘ ਸਾਹਿਬ ਬਾਬਾ ਕੁਲਵਿੰਦਰ ਸਿੰਘ ਜੀ, ਮਿਸਲ ਬਾਬਾ ਜੁਝਾਰ ਸਿੰਘ ਜੀ ਚਮਕੌਰ ਸਾਹਿਬ, ਬਾਬਾ ਗੁਰਸੇਵਕ ਸਿੰਘ ਜੀ ਮਾਲਵਾ ਦਲ, ਬਾਬਾ ਧੀਰਾ ਸਿੰਘ ਜੀ ਕਰਪੂਰਥਲੇ ਵਾਲੇ, ਤੇ ਬਾਬਾ ਮਾਨ ਸਿੰਘ ਜੀ ਮੜੀਆਂ ਵਾਲੇ, ਬਾਬਾ ਬਲਵਿੰਦਰ ਸਿੰਘ ਜੀ ਮੋਇਆਂ ਦੀ ਮੰਡੀ ਵਾਲੇ, ਜੋ ਇੱਥੇ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਬੈਠੀਆਂ, ਜੋ ਅੱਜ ਆਪਾਂ ਜਿਹੜੇ ਮਸਲੇ ਦੇ ਵਿੱਚ ਇਕੱਠੇ ਹੋਏ, ਇਕੱਤਰਤਾ ਹੋਈ ਆ, ਉਹ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ
ਸਾਹਿਬ ਕਮਾਲ ਉਹਨਾਂ ਦੇ ਸਬੰਧ ਵਿੱਚ ਹੋਈ ਆ। ਅੱਜ ਜੇ ਸਾਡੇ ਬਾਪ ਦੀ ਪੱਗ ਲੱਥ ਰਹੀ ਆ ਜਾਂ ਸਾਡੇ ਬਾਪ ਦੀ ਕੋਈ ਬੇਪਤੀ ਕਰ ਰਿਹਾ ਵਾ, ਤੇ ਅਸੀਂ ਜਿਨ੍ਹਾਂ ਨੇ ਕੀਤੀ ਹੋਵੇ ਜਾਂ ਜਿਨ੍ਹਾਂ ਨੇ ਕਰਵਾਈਆਂ ਹੋਣ, ਅਸੀਂ ਉਹਨਾਂ ਦੇ ਹੱਕ ਵਿੱਚ ਜਾਈਏ ਜਾਂ ਉਹਨਾਂ ਦੇ ਨਾਲ ਬਰਾਬਰ ਤੇ ਖੜੀਏ ਸ਼ਰੀਕ ਬਣ ਕੇ, ਤੇ ਉਹ ਉਹਨੇ ਦੋਸ਼ੀ ਆ ਜਿੰਨੇ ਬੇਅਦਬੀ ਕਰਨ ਵਾਲੇ। ਇਸ ਕਰਕੇ ਜਿਹੜੀਆਂ ਸਮੁੱਚੀਆਂ ਸੰਗਤਾਂ ਅਕਾਲੀ ਦਲ ਦੀਆਂ ਜਾਂ ਕਾਂਗਰਸ ਦਾ ਇਹਨਾਂ ਦੇ ਹੱਕ ਵਿੱਚ ਖੜਦੀਆਂ ਵਾ, ਇਹ ਬਿਲਕੁਲ ਨਾ ਖੜਨ। ਕਿਉਂ? ਆਪਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਸਾਨੂੰ ਕੋਈ ਨਹੀਂ ਆ। ਸਭ ਤੋਂ ਪਹਿਲਾਂ ਸਾਨੂੰ ਉਹਨਾਂ ਨੂੰ, ਜੇ ਆਪਾਂ ਸਾਰੀ ਦੁਨੀਆ ਨਾਲ ਖਿਲਵਾੜ ਕਰ ਲਈਏ ਤੇ ਗੁਰੂ ਸਾਹਿਬ ਨਾਲ ਖਿਲਵਾੜ ਕਰਕੇ ਆਪਾਂ ਕਿੱਥੇ ਜਾਵਾਂਗੇ? ਹੋਰ ਤੇ ਕੋਈ ਘਰ ਹੀ ਨਹੀਂ ਰਹਿ ਜਾਂਦਾ ਭੁੱਲ ਬਖਸ਼ਾਉਣ ਵਾਸਤੇ। ਇਸ ਕਰਕੇ ਜਿੰਨੀਆਂ ਵੀ ਸਿੱਖ ਸੰਗਤਾਂ ਵਾ ਦੇਸਾਂ ਵਿਦੇਸਾਂ ਦੀਆਂ ਜਾਂ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਵਾ, ਉਹ ਇਹੋ ਹੀ ਆ ਵੀ ਇਹਨਾਂ ਪਾਰਟੀਆਂ ਦਾ ਸਮਰਥਨ ਛੱਡ ਕੇ ਕੋਈ ਚੰਗਾ ਜਿਹੜਾ ਆਉਣ ਵਾਲਾ ਚਿਹਰਾ ਵਾ ਉਹਨੂੰ ਲੈ ਕੇ ਆਉਣ, ਵੀ ਜਿਹੜਾ ਸਾਡੇ ਪੰਜਾਬ ਦਾ ਹੱਕ ਦੀ ਗੱਲ ਕਰ ਸਕੇ, ਸੱਚ ਦੀ ਗੱਲ ਕਰ ਸਕੇ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੀ ਇਹਨਾਂ ਨੂੰ ਰੱਖਿਆ ਦੇ ਵਿੱਚ ਰੱਖ ਸਕੇ, ਮਹਾਰਾਜ ਸੱਚੇ ਪਾਤਸ਼ਾਹ ਦੀ ਹਿਫਾਜ਼ਤ ਕਰ ਸਕੇ। ਸਾਨੂੰ ਇਹੋ ਜਿਹੀਆਂ ਪਾਰਟੀਆਂ ਜਿਹੜਾ ਗੁਰੂ ਸਾਹਿਬ ਦਾ ਸਤਿਕਾਰ ਕਰਨ ਇੱਥੇ ਅੱਜ ਇੱਥੇ ਉਹਨਾਂ ਨੂੰ ਜਿਹੜਾ ਸੈੱਟ ਬਿਠਾਇਆ ਗਿਆ ਸੀ ਗੁਰੂ ਗ੍ਰੰਥ ਸਾਹਿਬ ਦੇ ਸੰਬੰਧ ਵਿੱਚ, ਉਹਨਾਂ ਵੀ ਦੋਸ਼ੀਆਂ ਨੂੰ ਇਹ ਸਾਰਾ ਜਿਹੜਾ IG ਸਾਹਿਬ ਨੂੰ ਇਹ ਪਾਸੇ ਕੀਤਾ ਗਿਆ, ਹਟਾਇਆ ਗਿਆ ਕਿ ਉਹਨਾਂ ਨੇ ਸੱਚ ਸਾਰਾ ਸਾਹਮਣੇ ਲੈ ਕੇ ਆਂਦਾ ਸੀ, ਉਹਨਾਂ ਦੋਸ਼ੀਆਂ ਨੂੰ ਦੋਸ਼ੀ ਉਠਾਇਆ ਸੀ। ਅੱਜ ਇਹ ਸਮੇਂ ਦੀਆਂ ਸਰਕਾਰਾਂ, ਕੈਪਟਨ ਸਰਕਾਰ ਵੀ ਜਿੰਨਾ ਗੁਟਕਾ ਸਾਹਿਬ ਫੜ ਕੇ ਸਹੁੰ ਖਾਧੀ ਸੀ, ਇਹ ਸਾਰੇ ਝੂਠੇ ਪੈ ਗਏ ਆਪਣੇ ਵਾਅਦਿਆਂ ਦੇ। ਇਸ ਕਰਕੇ ਆਪਾਂ ਨੂੰ ਸਿੱਖ ਸੰਗਤਾਂ ਨੂੰ ਸਮਝਣਾ ਚਾਹੀਦਾ ਵਾ ਵੀ ਇਹੋ ਜਿਹੀਆਂ ਸਰਕਾਰਾਂ ਨੂੰ ਵਾਰ-ਵਾਰ ਆਪਾਂ ਨਾ ਮੌਕਾ ਦਈਏ, ਸਾਡੀ ਜਵਾਨੀ ਤੇ ਕਿਸਾਨੀ ਦਾ ਅਘਾਣ ਕਰ ਦੇਣ। ਸਾਡੇ ਕੋਲ ਅੱਗੇ ਹੈ ਕੀ ਆ? ਇਸ ਕਰਕੇ ਅੱਜ ਆਪਾਂ ਇੱਥੇ ਵਿਸਾਖੀ ਦਾ ਦਿਹਾੜਾ ਜੋ 3 ਕਾਲੇ ਕਾਨੂੰਨ ਨਰਿੰਦਰ ਮੋਦੀ ਸਰਕਾਰ ਲੈ ਕੇ ਆਈ ਆ, ਉਹਦੇ ਸੰਬੰਧ ਵਿੱਚ ਇੱਥੇ ਆਪਾਂ ਬੈਠੇ ਆ ਉਹ 3 ਕਾਲੇ ਕਾਨੂੰਨ ਰੱਦ ਕਰਾਉਣ ਵਾਸਤੇ। ਉੱਥੇ ਹੀ ਕਈ ਦਿਹਾੜੇ ਨਿਹੰਗ ਸਿੰਘਾਂ ਨੇ ਇੱਥੇ ਮਨਾਏ ਆ, ਹੋਲੇ ਮਹੱਲੇ ਵੀ ਮਨਾਏ ਆ। ਹੁਣ ਵਿਸਾਖੀ ਦਾ ਦਿਹਾੜਾ ਇੱਥੇ ਖਾਲਸੇ ਦਾ ਜਨਮ ਦਿਹਾੜਾ ਮਨਾ ਰਹੇ ਆ, ਜੋ ਕਿ ਆਪਣਾ 14 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਵੀ ਪੈਣਗੇ ਤੇ ਵੱਡੀ ਮਾਤਰਾ ਦੇ ਵਿੱਚ ਰਾਗੀ ਢਾਡੀ ਕਥਾਵਾਚਕ ਤੇ ਉੱਚ ਕੋਟੀ ਦੇ ਜਿਹੜੇ ਵਿਦਵਾਨ ਆਉਣਗੇ ਉੱਥੇ, ਤੇ ਉੱਥੇ ਲੀਡਰ ਵੀ ਜਿਹੜੇ ਸਾਡੇ ਕਿਸਾਨ ਮੋਰਚਿਆਂ ਦੇ ਆ ਉਹ ਵੀ ਉੱਥੇ ਹਾਜ਼ਰੀਆਂ ਭਰਨਗੇ। ਇਹ ਨਿਹੰਗ ਸਿੰਘ ਸਾਰਿਆਂ ਸਮੁੱਚੀਆਂ ਦਿਲਾਂ ਵੱਲੋਂ ਇਕੱਤਰਤਾ ਹੋ ਕੇ ਇੱਥੇ ਇਹ ਫੈਸਲਾ ਲਿਆ ਗਿਆ ਸੀ ਕਿ ਵਿਸਾਖੀ ਚੜ੍ਹਦੀ ਕਲਾ ਦੇ ਨਾਲ ਮਨਾਈ ਜਾਵੇ। ਇਸੇ ਤਰ੍ਹਾਂ ਇਹ ਚੜ੍ਹਦੀ ਕਲਾ ਦੇ ਨਾਲ ਵਿਸਾਖੀ ਦੇ ਨਾਲ ਅੰਮ੍ਰਿਤ ਵੀ ਛਕਾਇਆ ਜਾਏਗਾ 14 ਤਰੀਕ ਨੂੰ। ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਛਕਣਾ ਹੋਵੇ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਦੇ ਵਿੱਚ, ਉਹ ਆਪਣਾ ਨਾਂ ਲਿਖਾਉਣ ਤੇ ਇੱਥੇ ਗੁਰੂ ਖੰਡੇ ਦੀ ਪਹੁੰਚ ਲੈਣ। ਸਿੱਖ ਸੰਗਤਾਂ ਇੰਨੀਆਂ ਬੇਨਤੀਆਂ ਕਰਦਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੇ ਕਿਸੇ ਨੇ ਕੋਈ ਸਵਾਲ ਕਰਨਾ ਕਰ ਸਕਦਾ। ਤੁਸੀਂ ਕਿਹਾ ਕਿ ਬਾਦਲ ਪਰਿਵਾਰ ਨੂੰ ਤੁਸੀਂ ਦੋਸ਼ੀ ਦੱਸਿਆ, ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਐਨ ਆਖਰ ਤੇ ਆ ਕੇ ਜਾਨੀ ਉਹਨਾਂ ਦੇ ਤੁਸੀਂ ਇਹ ਕਹਿ ਰਹੇ ਹੋ ਕਿ ਉਹਨਾਂ ਦੀ ਬਦੌਲਤ ਇਹ ਸਾਰਾ ਕੁਝ ਹੋ ਗਿਆ, ਪਰ ਕੈਪਟਨ ਅਮਰਿੰਦਰ ਸਿੰਘ ਦੀ ਇੱਕ ਸਟੇਟਮੈਂਟ ਆਉਂਦੀ ਹੈ ਜਿਹਦੇ ਵਿੱਚ ਉਹ ਕਹਿੰਦੇ ਆ ਕਿ ਅਸੀਂ ਸੁਪਰੀਮ ਕੋਰਟ ਤੱਕ ਜਾਵਾਂਗੇ ਇਸ ਮਸਲੇ ਦੇ ਵਿੱਚ, ਹਾਈ ਕੋਰਟ ਨੇ ਸਾਡੇ ਨਾਲ ਧੱਕਾ ਕੀਤਾ, ਅਸੀਂ ਇਸ ਮਸਲੇ ਨੂੰ ਪੰਜਾਬ ਸਰਕਾਰ ਦੀ ਤਰਫੋਂ ਸੁਪਰੀਮ ਕੋਰਟ ਤੱਕ ਲੈ ਕੇ ਜਾਵਾਂਗੇ ਤੇ ਅਸੀਂ ਇਨਸਾਫ ਦਿਵਾ ਕੇ ਦੇਵਾਂਗੇ। ਦੇਖੋ ਜਿਹੜੇ ਇਹ ਉਹਨਾਂ ਨੇ ਗੱਲ ਬਹੁਤ ਚੰਗੀ ਆ ਵੀ ਜਾਣਾ ਚਾਹੀਦਾ। ਪਹਿਲੀ ਗੱਲ ਤਾਂ ਇਹਨਾਂ ਨੇ ਥੋੜ੍ਹੀ ਢਿੱਲ ਵਰਤੀ ਆ ਸਰਕਾਰ ਨੇ, ਜਦੋਂ ਫੜ ਕੇ ਜਦੋਂ ਇੱਕ ਬੰਦੇ ਤੇ ਪਰਚਾ ਹੋ ਗਿਆ, ਚਾਹੇ ਇੱਥੇ ਕੋਈ ਥਾਣੇ ਦੇ ਵਿੱਚ ਪਰਚਾ ਦਰਜ ਹੋ ਜਾਂਦਾ, ਅੱਜ ਕਿਸੇ ਕੋਈ ਲੜਾਈ ਹੋ ਜਾਂਦੀ ਹੈ ਜਾਂ ਕਿਸੇ ਨੂੰ ਕੋਈ ਦਸਤਾਰ ਦੀ ਬੇਅਦਬੀ ਹੋ ਗਈ ਜਾਂ ਕੋਈ ਚੋਰੀ ਕਰਦਾ, ਨਾਲ ਦੀ ਨਾਲ ਪੁਲਿਸ ਚੱਕ ਕੇ ਉਹਨੂੰ ਅੰਦਰ ਕਰ ਦਿੰਦੀ ਆ। ਇਹਨਾਂ ਨੂੰ ਉਦੋਂ ਦੀ ਜਦ ਦੀ ਸਿੱਟ ਬਣੀ, ਆਜ਼ਾਦੀ ਇਹਨਾਂ ਨੂੰ ਦੋਸ਼ੀ ਠਹਿਰਾਇਆ ਗਿਆ, ਇਹਨਾਂ ਦੇ ਵਿੱਚ 9 ਆਏ ਨੇ। ਇਹਨਾਂ ਬੰਦਿਆਂ ਨੂੰ ਕਿਉਂ ਨਹੀਂ ਪਕੜਿਆ ਗਿਆ ਹੁਣ ਤੱਕ? ਇਹਨਾਂ ਨੂੰ ਫੜਨਾ ਚਾਹੀਦਾ ਸੀ, ਸਰਕਾਰ ਨੇ ਕਿਉਂ ਢਿੱਲ ਕਰੀ? ਜੇ ਇਹਨਾਂ ਨੂੰ ਫੜ ਕੇ ਅੰਦਰ ਦਿੱਤਾ ਹੁੰਦਾ, ਇਹਨਾਂ ਨੂੰ ਮਾੜਾ ਮੋਟਾ ਇਹਨੂੰ ਸੇਕ ਲੱਗਦਾ ਵੀ ਹਾਂ ਅਸੀਂ ਬੇਅਦਬੀ ਕੀਤੀ ਆ। ਸਾਰਾ ਪੰਜਾਬ ਇਹੀ ਦੇਖਣਾ ਚਾਹੁੰਦਾ ਸੀ ਵੀ ਕਦੋਂ ਇਹ ਅੰਦਰ ਹੋਣ, ਇਹ ਵੱਡੇ ਬੇਅਦਬੀ ਦੋਸ਼ੀ ਨੇ। ਤੇ ਸਰਕਾਰ ਨੇ ਇਹ ਕੇਸ ਦੇ ਪੂਰੀ ਢਿੱਲ ਵਰਤੀ ਆ। ਜੇ ਢਿੱਲ ਨਾ ਵਰਤੀ ਹੁੰਦੀ ਤੇ ਇਹ ਹੋ ਸਕਦਾ ਸੀ ਵੀ ਜਿਹੜਾ ਆਪਣੇ ਰੱਦ ਕਰਿਆ ਸਿੱਟ, ਇੱਥੇ ਚੰਗੇ ਵਕੀਲ ਖੜੇ ਗੱਲ ਕਰਨੇ ਚਾਹੀਦੇ, ਪੈਨਲ ਪੂਰੀ ਕਾਰਵਾਈ ਨਹੀਂ ਕਰੀ ਸਮੇਂ-ਸਮੇਂ 'ਤੇ। ਵਿੱਚ ਖਬਰਾਂ ਵੀ ਆਉਂਦੀਆਂ ਰਹੀਆਂ ਨੇ, ਕਦੇ ਨਾ ਵਕੀਲ ਮਿਸਟੇਕ ਕਰ ਗਿਆ, ਕਦੇ ਹੋਰ ਕੁਛ ਹੋ ਗਿਆ। ਸਰਕਾਰ ਵੱਲੋਂ ਜ਼ੋਰ ਨਾਲ ਜਵਾਬ ਮੰਗਦੇ ਰਹੇ ਨੇ ਪੂਰਾ ਤੌਰ 'ਤੇ। ਸਰਕਾਰ ਵੀ ਵਿੱਚ ਇਹਦੇ ਦੋਸ਼ੀ ਹੋਈ ਆ ਜਦੋਂ ਨੇ ਪੂਰਨ ਤੌਰ 'ਤੇ ਉਹਦੀ ਜਿਹੜੀ ਹੈ ਸੀ ਕਾਰਵਾਈ ਨਹੀਂ ਕੀਤੀ। ਇਸ ਕਰਕੇ ਹੁਣ ਕੈਪਟਨ ਦਾ ਦਮ ਗਜੇ ਮਾਰਦਾ, ਹੁਣ ਉਹਨਾਂ ਨੇ ਵੋਟਾਂ ਲੈਣੀਆਂ ਨੇ, ਹੁਣ ਤੱਕ ਤਾਂ ਉਹਨੇ ਕਰਿਆ ਨਹੀਂ ਹੈ, ਸਰਿਆ ਨਹੀਂ ਹੈ ਕੁਛ। ਸੁਖਬੀਰ ਬਾਦਲ ਦੀ ਸਟੇਟਮੈਂਟ ਵੀ ਕੁਝ ਇਸੇ ਤਰ੍ਹਾਂ ਦੀ ਆ। ਉਹ ਕਹਿੰਦੇ ਸਾਨੂੰ ਸਿਆਸਤ ਤੋਂ ਪ੍ਰੇਰਿਤ ਸਾਨੂੰ ਬਦਨਾਮ ਕੀਤਾ ਗਿਆ ਹੈ, ਜਦਕਿ ਹਾਈ ਕੋਰਟ ਨੇ ਸਾਫ਼ ਕਰਤਾ ਕਿ ਇਹ ਜਾਂਚ ਜਿਹੜੀ ਕਰਦਾ। ਹਾਈ ਕੋਰਟ ਜਿਹੜੀ ਜੁਡੀਸ਼ਰੀ ਆ, ਵੇਖੋ ਜੁਡੀਸ਼ਰੀ ਵੀ ਦਾਗਦਾਰ ਆ। ਜੁਡੀਸ਼ਰੀ ਪਹਿਲਾਂ ਵੀ ਵੇਖੋ 15 ਲੱਖ ਰੁਪਈਆ ਉਦੋਂ
ਹਾਈ ਕੋਰਟ ਦੇ ਵਿੱਚ ਉਹ ਜਿਹੜੀ ਸੀ ਨਿਰਮਲਜੀਤ ਕੌਰ ਦੇ ਘਰੇ ਪਹੁੰਚ ਗਿਆ। ਨਿਰਮਲ ਜਾਦਵ ਦੇ ਜਾਣਾ ਸੀ 15 ਲੱਖ ਰੁਪਈਆ, ਉਦੋਂ ਵੀ ਹਾਈ ਕੋਰਟ 'ਚ ਦਾ ਰੌਲਾ ਪਿਆ ਸੀ। ਜਿਹੜੀ ਜਦੋਂ ਜੁਡੀਸ਼ਰੀ ਜਿਹੜੇ ਦੇਸ਼ ਦੀ ਜੁਡੀਸ਼ਰੀ ਤੇ ਇੰਨੇ ਸਵਾਲ ਉੱਠਦੇ ਆ, ਫਿਰ ਉੱਥੇ ਇਨਸਾਫ ਦੀ ਮੰਗ ਕਿੱਥੇ ਰਹਿ ਜਾਂਦੀ ਆ। ਦੇਖੋ ਬੇਅਦਬੀ ਹੋਈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ 15 ਦੇ ਵਿੱਚ। ਉਸ ਟਾਈਮ ਕਿਸੇ ਨੇ ਇਹਨਾਂ ਦੀ ਸਰਕਾਰ ਸੀ, ਇਹਨਾਂ ਨੇ ਕਿਉਂ ਨਹੀਂ ਬੇਅਦਬੀ ਲਈ ਕਾਰਵਾਈ ਪੂਰਨ ਤੌਰ ਤੇ ਇਮਾਨਦਾਰੀ ਨਾਲ ਕਿਉਂ ਨਹੀਂ ਕਰੀ? ਇਹ ਆਪ ਦੋਸ਼ੀ ਸੀਗੇ। T5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।